ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਅੱਗ ਦੀ। ਜੀ ਹਾਂ, ਪਰਾਲੀ ਦੇ ਮੁੱਦੇ ਦੇ ਉੱਤੇ ਲੱਗੀ ਸਿਆਸੀ ਅੱਗ ਦੀ ਤੇ ਪਰਾਲੀ ਦੇ ਮੁੱਦੇ ਤੇ ਗੱਲ ਬਦਲੇ ਵਾਲੀ ਹੋ ਰਹੀ ਹੈ। ਪਰਾਲੀ ਤੇ ਚਰਚਾ ਪ੍ਰਾਈਮ ਟਾਈਮ 'ਚ ਅਸੀਂ ਲਗਾਤਾਰ ਕਰ ਰਹੇ ਹਾਂ, ਪਿਛਲੇ ਕੁਝ ਦਿਨਾਂ ਦੇ ਵਿੱਚ ਹੋ ਰਹੀ ਹੈ। ਪਰ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਾਲੀ ਨੂੰ ਲੈ ਕੇ ਬੀਜੇਪੀ ਦੇ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਨੂੰ ਕਿਸਾਨੀ ਅੰਦੋਲਨ ਦੇ ਨਾਲ ਜੋੜ ਦਿੱਤਾ ਹੈ। ਇਲਜ਼ਾਮ ਲਗਾਏ ਨੇ ਸੀਐਮ ਭਗਵੰਤ ਮਾਨ ਨੇ ਕਿ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਬਦਨਾਮ ਕਰ ਰਿਹਾ ਹੈ ਤੇ ਬਦਲਾ ਲੈ ਰਿਹਾ ਹੈ ਕਿਸਾਨੀ ਅੰਦੋਲਨ ਦਾ। ਉਹੀ ਕਿਸਾਨੀ ਅੰਦੋਲਨ ਜੋ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਰੀਬ 1 ਸਾਲ ਲੱਗਿਆ ਰਿਹਾ ਸੀ। ਹੁਣ ਸਵਾਲ ਹੈ ਕਿ ਪਰਾਲੀ ਦੇ ਮਸਲੇ ਦੇ ਵਿੱਚ ਕਿਸਾਨੀ ਅੰਦੋਲਨ ਦਾ ਜ਼ਿਕਰ ਕਿਉਂ ਆ ਗਿਆ, ਕਿਵੇਂ ਆ ਗਿਆ? ਕਿਤੇ ਇਹ ਤਾਂ ਨਹੀਂ ਕਿ ਵਾਕਈ ਕੇਂਦਰ ਦੇ ਵੱਲੋਂ ਕੋਈ ਕਿੜ ਕੱਢੀ ਜਾ ਰਹੀ ਹੈ ਉਸ ਸਮੇਂ ਦੇ ਪ੍ਰਦਰਸ਼ਨ ਨੂੰ ਲੈ ਕੇ, ਕਿਉਂਕਿ ਖੇਤੀ ਕਾਨੂੰਨ 3 ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਵਾਪਸ ਤਾਂ ਲੈਣੇ ਪਏ ਸੀ ਤੇ ਕੇਂਦਰ ਧੂਏ ਦਾ ਜ਼ਿਕਰ ਕਰ ਰਿਹਾ ਹੈ, ਪੰਜਾਬ ਹਵਾ ਦੀ ਗੁਣਵੱਤਾ ਦਾ ਦਾਅਵਾ ਕਰ ਰਿਹਾ ਹੈ। ਹੁਣ ਇਹ ਵੀ ਤੁਹਾਨੂੰ ਸਮਝਣ ਦੀ ਜ਼ਰੂਰਤ ਹੈ ਦਰਸ਼ਕਾਂ ਨੂੰ ਕਿ ਇੱਕ ਪਾਸੇ ਧੂਏ ਦਾ ਜ਼ਿਕਰ ਹੋ ਰਿਹਾ ਕਿ ਦਿੱਲੀ ਦੇ ਵਿੱਚ, ਪੰਜਾਬ 'ਚ ਜਾਂ ਹਰਿਆਣਾ ਦੇ ਵਿੱਚ ਦਿੱਕਤ ਹੈ ਤੇ ਪੰਜਾਬ ਤਰਕ ਕਿਸ ਚੀਜ਼ ਦੇ ਨਾਲ ਦੇ ਰਿਹਾ ਹੈ? 에ਅਰ ਕੁਆਲਿਟੀ ਇੰਡੈਕਸ ਦੇ ਨਾਲ। 에ਅਰ ਕੁਆਲਿਟੀ ਇੰਡੈਕਸ ਆਪਾਂ ਸਾਰੇ ਜਾਣਦੇ ਹਾਂ, ਹਵਾ ਦੀ ਗੁਣਵੱਤਾ ਤੁਹਾਡੇ ਸ਼ਹਿਰ ਦੇ ਵਿੱਚ ਕਿੰਨੀ ਹੈ, AQI ਲੈਵਲ ਕਿੰਨਾ ਹੈ, ਉਸ ਦੇ ਪੈਮਾਨੇ ਦੇ ਜ਼ਰੀਏ ਦੇਖਿਆ ਜਾਂਦਾ ਹੈ ਕਿ ਉਹ ਤੁਹਾਡੀ ਸਿਹਤ ਦੇ ਲਈ ਠੀਕ ਹੈ ਜਾਂ ਨਹੀਂ ਹੈ। ਉਸੇ ਆਧਾਰ ਦੇ ਉੱਤੇ ਸੀਐਮ ਬੋਲਦੇ ਹੋਏ ਨਜ਼ਰ ਆਏ। ਅੱਜ ਇਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਅੱਜ ਚਰਚਾ ਬਦਲੇ ਦੀ। 32 ਸ਼ਹਿਰਾਂ ਚੋਂ 3 ਆਉਂਦੇ ਨੇ ਸਾਡੇ ਤੇ ਗਾਲਾਂ ਸਾਰੀਆਂ ਸਾਨੂੰ ਨੇ। ਇਹ ਬਰਦਾਸ਼ਤ ਨਹੀਂ ਹੋਊਗਾ। ਜਿਹੜੀ ਬੀਜੇਪੀ ਹੈ ਉਹ ਐਂਟੀ ਕਿਸਾਨ ਹੈ, ਪਹਿਲੇ ਦਿਨੋਂ ਐਂਟੀ ਕਿਸਾਨ ਕਾਨੂੰਨ ਬਣਾਉਣ ਦੀਆਂ ਕੋਸ਼ਿਸ਼ਾਂ ਕਰਦੀ ਰਹੀ। ਕਾਨੂੰਨ ਤਾਂ ਨਹੀਂ ਬਣੇ ਪਰ ਉਹ ਕਿਸੇ ਹੋਰ ਤਰੀਕੇ ਨਾਲ ਕਿਸਾਨਾਂ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ। ਜਿਹੜਾ ਅੰਦੋਲਨ ਹੋਇਆ ਜਿੱਥੇ ਘਮੰਡ ਟੁੱਟਿਆ ਸੀਗਾ ਸੈਂਟਰ ਸਰਕਾਰ ਦਾ, ਸ਼ਾਇਦ ਉਹਦੇ ਕਰਕੇ ਇਹ ਪੰਜਾਬ ਦੇ ਕਿਸਾਨਾਂ ਨੂੰ ਚਾਹੁੰਦੇ ਹੀ ਨਹੀਂ ਕਿ ਉਹ ਪੰਜਾਬ ਦੇ ਕਿਸਾਨ ਜਿਹੜੇ ਨੇ ਉੱਭਰ ਜਾਣ ਜਾਂ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਖੁਸ਼ਹਾਲ ਰਹਿਣ। ਬਦਨਾਮ ਕਰਨ ਤੇ ਲੱਗੇ ਹੋਏ ਹਨ। ਪ੍ਰਧਾਨ ਮੰਤਰੀ ਜੀ, ਨਾਰਥ ਇੰਡੀਆ ਦੀ ਪ੍ਰੋਬਲਮ ਹੈ ਤੇ ਪੈਸਾ ਤੁਸੀਂ ਢੇਲਾ ਖਰਚ ਕੇ ਰਾਜੀ ਨਹੀਂ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਤੇ ਇਸ ਗੱਲ ਨੂੰ ਲੈ ਕੇ ਵੀ ਇਤਰਾਜ਼ ਜਤਾਇਆ ਕਿ ਜਦੋਂ ਚੌਲ ਚਾਹੀਦੇ ਨੇ ਤਾਂ ਕਿਸਾਨ ਅੰਨਦਾਤਾ ਬਣਾ ਦਿੱਤੇ ਜਾਂਦੇ ਨੇ ਤੇ ਜਦੋਂ ਪਰਾਲੀ ਦੀ ਗੱਲ ਆਉਂਦੀ ਹੈ ਤਾਂ ਕਿਸਾਨਾਂ ਨੂੰ ਅਪਰਾਧੀ ਬਣਾ ਦਿੱਤਾ ਜਾਂਦਾ ਹੈ। ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਥਾਂ ਤੇ ਕੇਂਦਰ ਸਰਕਾਰ ਪਰਚਿਆਂ ਦਾ ਹੀ ਹਿਸਾਬ ਕਿਤਾਬ ਮੰਗਦੀ ਹੈ। ਇਹ ਕਦੇ ਨਹੀਂ ਪੁੱਛਿਆ ਪੰਜਾਬ ਸਰਕਾਰ ਨੂੰ, ਸੈਂਟਰ ਸਰਕਾਰ ਨੇ, ਕਿ ਜੀ MSP ਤੇ ਵਿਕ ਰਿਹਾ ਹੈ ਝੋਨਾ, ਜਾਂ ਜਿਹੜਾ ਚਾਈਨੀਜ਼ ਵਾਇਰਸ ਆ ਗਿਆ ਸੀ ਕੁਛ ਏਰੀਏ ਦੇ ਵਿੱਚ ਉੱਥੇ ਕਿੰਨਾ ਕੁ ਝਾੜ ਘਟਿਆ ਉਹਦਾ ਮੁਆਵਜ਼ਾ ਦੇਣ ਬਾਰੇ ਸਾਨੂੰ ਰਿਪੋਰਟ ਦੇ ਦਿਓ। ਇਹ ਕਦੇ ਨਹੀਂ ਪੁੱਛਿਆ। ਹਾਂ, ਇੰਨਾ ਜ਼ਰੂਰ ਪੁੱਛ ਲੈਂਦੇ ਨੇ। ਆਪ ਇਹਨੇ ਮੇਰੇ ਕੋਲੇ ਆ ਚਿੱਠੀਆਂ ਦਾ ਪਲੰਦਾ ਇਹਨਾਂ ਦਾ ਪਿਆ, ਹਰ ਚਿੱਠੀ 'ਚ ਪੁੱਛ ਲੈਂਦੇ ਨੇ ਕਿੰਨੇ ਪਰਚੇ ਦਰਜ ਕਰਤੇ ਜੀ, ਪਿਛਲੀ ਵਾਰ ਨਾਲੋਂ ਕਿੰਨੇ ਵੱਧ ਪਰਚੇ ਦਰਜ ਕਰਤੇ ਜੀ। ਕੀ ਗੱਲ ਜੀ, ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਅਪਰਾਧੀ ਸਮਝ ਰਹੇ ਹੋ? ਮੁੱਖ ਮੰਤਰੀ ਦੇ ਇਲਜ਼ਾਮਾਂ ਦੇ ਵਿਚਾਲੇ ਬੀਜੇਪੀ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਪਰਾਲੀ ਦੀ ਸਮੱਸਿਆ ਦਾ ਹੱਲ ਕਰਨ ਦੀ ਥਾਂ ਤੇ ਕੇਂਦਰ ਤੇ ਜ਼ਿੰਮੇਵਾਰੀ ਸੁੱਟ ਕੇ ਭੱਜਣਾ ਚਾਹੁੰਦੀ ਹੈ। ਵਾਅਦਾ ਕੀਤਾ ਸੀਗਾ ਕਿ ਅਸੀਂ ਪਰਾਲੀ ਸਾੜਨ ਨਹੀਂ ਦਿਆਂਗੇ, ਉਹਦੇ ਬਦਲੇ 'ਚ ਕੰਪਨਸੇਸ਼ਨ ਦਿਆਂਗੇ, ਨਹੀਂ ਦਿੱਤਾ। ਔਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਜੀ ਤੁਸੀਂ ਬਹਾਨੇ ਲਾ ਰਹੇ ਜੇ ਸਾਨੂੰ ਕੇਂਦਰ ਸਰਕਾਰ ਨਹੀਂ ਦੇ ਰਹੀ। ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ ਕਿਉਂਕਿ ਸਟੇਟ ਦਾ ਕੰਮ ਆ। ਅਸੀਂ ਕਦੀ ਬਲੇਮ ਨਹੀਂ ਕੀਤਾ ਪੰਜਾਬ ਦੇ ਕਿਸਾਨਾਂ ਨੂੰ। ਅਰਵਿੰਦ ਕੇਜਰੀਵਾਲ ਪਿਛਲੇ 4 ਸਾਲਾਂ ਤੋਂ ਪੰਜਾਬ ਦੇ ਕਿਸਾਨਾਂ ਨੂੰ ਲਗਾਤਾਰ ਦਿੱਲੀ 'ਚ ਬਦਨਾਮ ਕਰ ਰਿਹਾ। ਸਰਕਾਰਾਂ ਦੇ ਵੱਲੋਂ ਕਿਸਾਨਾਂ ਨੂੰ ਪਰਾਲੀ ਦੀ ਸਮੱਸਿਆ ਦਾ ਹੱਲ ਨਹੀਂ ਦਿੱਤਾ ਜਾ ਰਿਹਾ। ਪਰਾਲੀ ਦੇ ਧੂਏ ਨਾਲ ਆਮ ਲੋਕਾਂ ਦਾ ਦਮ ਘੁੱਟਦਾ ਜਾ ਰਿਹਾ ਹੈ, ਪਰ ਸਿਆਸੀ ਧਿਰਾਂ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀਆਂ ਕਰਨ ਦੇ ਵਿੱਚ ਮਸ਼ਰੂਫ ਨੇ। ਬਿਊਰੋ ਰਿਪੋਰਟ, ਨਿਊਜ਼ 18। ਤਾਂ ਬਦਲੇ ਦੀ ਅੱਗ ਵੀ ਇਸ ਕਰਕੇ ਲਿਖਣਾ ਪਿਆ ਕਿਉਂਕਿ ਜ਼ਿਕਰ ਹੋ ਰਿਹਾ ਹੈ ਕਿ ਬਦਲੇ ਦੀ ਵਜ੍ਹਾ ਦੇ ਨਾਲ ਹੈ, ਕਿ ਬਦਲੇ ਦੀ ਅੱਗ ਹੈ ਜੋ ਸਿਆਸੀ ਸੇਕ ਇਸ ਸਮੇਂ ਪਰਾਲੀ ਦੇ ਧੂਏ ਤੇ ਪਰਾਲੀ ਦੀ ਅੱਗ ਦੇ ਵਿੱਚੋਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ। ਲਗਾਤਾਰ ਅਸੀਂ ਡਿਬੇਟਸ ਕਰ ਰਹੇ ਹਾਂ। ਕੋਸ਼ਿਸ਼ ਇਹੀ ਹੈ ਕਿ ਜਿਹੜੇ ਸਿਆਸਤਦਾਨ ਬਿਆਨਬਾਜ਼ੀਆਂ ਦੇ ਵਿੱਚ ਲੱਗੇ ਹੋਏ ਨੇ ਤੇ ਇਸ ਵਿਚਾਲੇ ਕੋਸ਼ਿਸ਼ ਹੱਲ ਕਰਨ ਦੀ ਕਰਨ, ਕਿ ਗੱਲ ਹੋਵੇ ਕਿ ਹੱਲ ਕਿਵੇਂ ਕੱਢਿਆ ਜਾਵੇ, ਗੱਲ ਹੋਵੇ ਕਿ ਕਿਸਾਨਾਂ ਦੀ ਦਿੱਕਤ ਨੂੰ ਦੂਰ ਕਿਵੇਂ ਕੀਤਾ ਜਾਵੇ, ਨਾ ਕਿ ਸਿਰਫ ਇਲਜ਼ਾਮ ਤਰਾਸ਼ੀਆਂ ਜਾਂ ਬਿਆਨਬਾਜ਼ੀਆਂ। ਮੈਂ ਸ਼ੁਰੂਆਤ ਕਰਦਾ ਅੱਜ ਦੀ ਚਰਚਾ ਦੀ। ਮਹਿਮਾਨ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਆ। ਸਾਡੇ ਨਾਲ ਪ੍ਰੋਫੈਸਰ ਜਗਤਾਰ ਸਿੰਘ ਸੰਘੇੜਾ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਸੰਘੇੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਦਿਆਲ ਸਿੰਘ ਸੋਢੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਸੋਢੀ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਰਵਨੀਤ ਬਰਾੜ ਜੀ ਜੁੜ ਰਹੇ ਨੇ,
ਕਿਸਾਨ ਆਗੂ ਨੇ, ਕਿਸਾਨਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਨਗੇ। ਰਵਨੀਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ। ਮੈਂ ਸ਼ੁਰੂਆਤ ਕਰਦਾ ਅੱਜ ਬੀਜੇਪੀ ਤੋਂ। ਇਸ ਕਰਕੇ ਵੀ ਸ਼ੁਰੂਆਤ ਹੈ ਕਿਉਂਕਿ ਬਦਲੇ ਦੀ ਭਾਵਨਾ ਹੈ, ਜਿਸ ਤਰੀਕੇ ਦੀਆਂ ਸਟੇਟਮੈਂਟਸ ਨੇ, ਇਹ ਇਲਜ਼ਾਮ ਲਗਾ ਰਹੇ ਨੇ ਪੰਜਾਬ ਦੇ ਸੀਐਮ, ਆਮ ਆਦਮੀ ਪਾਰਟੀ ਇਲਜ਼ਾਮ ਲਗਾ ਰਹੀ ਹੈ। ਸੋਢੀ ਸਾਹਿਬ, ਸ਼ੁਰੂਆਤ ਤੁਹਾਡੇ ਤੋਂ ਹੀ। ਪੁਆਇੰਟ ਨੰਬਰ 1 ਜੀ, ਕਹਿੰਦੇ ਬੀਜੇਪੀ ਕਿਸਾਨ ਵਿਰੋਧੀ ਹੈ। ਪੰਜਾਬ ਦੇ ਕਿਸਾਨਾਂ ਨੇ 3 ਖੇਤੀ ਕਾਨੂੰਨ ਵਾਪਸ ਕਰਵਾ ਦਿੱਤੇ ਤੇ ਉਹੀ ਬਦਲਾ ਹੁਣ ਲਿਆ ਜਾ ਰਿਹਾ ਕਿ ਜਿਹੜੀ ਗੱਲ ਆ ਗਈ ਪੰਜਾਬ ਦੇ ਸਿਰ ਮੜ ਦਿਓ। ਤੇ ਜੇ ਪਰਾਲੀ ਦਾ ਮੁੱਦਾ ਹੈ, ਪ੍ਰਦੂਸ਼ਣ ਦਾ ਮੁੱਦਾ ਹੈ, ਦਿੱਲੀ 'ਚ ਹੈ, ਰਾਜਸਥਾਨ 'ਚ ਹੈ, ਉੱਤਰ ਪ੍ਰਦੇਸ਼ 'ਚ ਹੈ, ਬਸ ਸਾਰੇ ਪਾਸੇ ਪੰਜਾਬ ਜ਼ਿੰਮੇਵਾਰ ਹੈ। ਦੇਖੋ ਗੌਰਵ ਜੀ, ਜਿੱਥੋਂ ਤੱਕ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੇਂਦਰ ਦੇ ਉੱਪਰ ਇਲਜ਼ਾਮ ਲਾਏ ਨੇ, ਮੇਰਾ ਪਾਰਟੀ ਤੌਰ ਤੇ ਉਹਨਾਂ ਇਲਜ਼ਾਮਾਂ ਦਾ ਤੇ ਤੁਹਾਡੇ ਜਿਹੜੇ ਸਵਾਲ ਨੇ, ਮੇਰਾ ਜਵਾਬ ਦੇਣ ਦਾ ਹੱਕ ਬਣਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਕੇਂਦਰ ਸਰਕਾਰ ਨੇ ਕਦੇ ਵੀ ਪੰਜਾਬ ਦੇ ਕਿਸਾਨਾਂ ਦੇ ਨਾਲ ਕਿਸੇ ਗੱਲ ਦਾ ਕੋਈ ਅਨਿਆਂ ਨਹੀਂ ਕੀਤਾ, ਚਾਹੇ ਉਹ ਝੋਨੇ ਦੀ ਕੈਸ਼ ਕ੍ਰੈਡਿਟ ਲਿਮਟ ਦੀ ਗੱਲ ਹੋਵੇ ਖਰੀਦਣ ਦੀ, ਚਾਹੇ ਉਹ ਮੁਆਵਜ਼ਾ ਦੇਣ ਦੀ ਗੱਲ ਹੋਵੇ, ਚਾਹੇ ਫੰਡ ਦੇਣ ਦੀ ਗੱਲ ਹੋਵੇ। ਮੈਂ ਹੁਣ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਮੁੱਖ ਮੰਤਰੀ ਜੀ ਅੱਜ ਕੇਂਦਰ ਸਰਕਾਰ ਤੇ ਇਲਜ਼ਾਮ ਚੁੱਕ ਰਹੇ ਨੇ, ਮੈਂ ਪਹਿਲਾਂ ਤਾਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਇਹਨਾਂ ਦੀ ਸਰਕਾਰ ਸੀ, ਨਹੀਂ ਸੀ, ਉਦੋਂ ਪਹਿਲਾਂ ਇਹਨਾਂ ਨੇ ਹਰ ਸਰਕਾਰ ਦੇ ਉੱਪਰ ਉਂਗਲ ਚੁੱਕੀ, ਲੇਕਿਨ ਜਦੋਂ ਅੱਜ ਇਹ ਆਪਣੀ ਸਰਕਾਰ ਦੇ ਵਿੱਚ ਮੌਜੂਦਾ ਮੁਖੀ ਨੇ, ਪੰਜਾਬ ਦੇ ਮੁੱਖ ਮੰਤਰੀ, ਅੱਜ ਇਹਨਾਂ ਨੂੰ ਜਵਾਬ ਤਾਂ ਦੇਣੇ ਹੀ ਪੈਣਗੇ। ਜਿਹੜੀ ਕੇਂਦਰ ਸਰਕਾਰ ਦੇ ਉੱਪਰ ਇਲਜ਼ਾਮ ਲਾ ਰਹੇ ਨੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਔਨ ਦੀ ਰਿਕਾਰਡ ਮੈਂ ਖੇਤੀਬਾੜੀ ਮੰਤਰੀ ਜਿਹੜਾ ਵਿਭਾਗ ਹੈ ਉਹ ਤੋਂ ਸਾਰਾ ਰਿਕਾਰਡ ਲਿਆ ਕਿ ਕੇਂਦਰ ਨੇ 2022-23 ਦੇ ਲਈ ਪੰਜਾਬ ਦੇ ਵਿੱਚ ਪਰਾਲੀ ਦੀ ਸੰਭਾਲ ਤੇ ਮਸ਼ੀਨਰੀ ਵਾਸਤੇ ਜਿਹੜਾ ਪੈਸਾ ਦਿੱਤਾ 221 ਕਰੋੜ 28 ਲੱਖ 94,880 ਰੁਪਏ ਆਏ ਹੈ। ਠੀਕ ਹੈ। ਜਿਹਦੇ ਵਿੱਚੋਂ ਇਹਨਾਂ ਨੇ 175 ਕਰੋੜ ਰੁਪਇਆ ਵਰਤਿਆ ਔਰ ਬਾਕੀ 45 ਕਰੋੜ 99,240 ਰੁਪਏ ਇਹਨਾਂ ਕੋਲੇ ਬਾਕੀ ਪਏ ਹੈ। ਠੀਕ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਗੌਰਵ ਜੀ ਕਿ ਕੇਂਦਰ ਨੇ ਆਪਣਾ ਜੋ ਬਣਦਾ ਹੱਕ ਸੀ, ਇੱਕ ਮੈਂ ਤੁਹਾਨੂੰ ਇਹਦੇ 'ਚ ਗੱਲ ਹੋਰ ਐਡ ਕਰ ਦਿਆਂ, ਕੇਂਦਰ ਦੀ ਗ੍ਰਾਂਟ ਹੁੰਦੀ ਹੈ, ਹੋਰਾਂ ਦੇ ਵਿੱਚ 60-40 ਹੁੰਦਾ ਹੈ, 40 ਸਟੇਟ ਔਰ 60 ਜਿਹੜਾ ਹੁੰਦਾ ਕੇਂਦਰ ਦਾ ਹੁੰਦਾ ਹੈ। ਠੀਕ ਹੈ। ਲੇਕਿਨ ਇਹ 100 ਦਾ 100% ਜਿਹੜਾ ਪੈਸਾ ਆਇਆ ਫੰਡ, ਇਹ ਕੇਂਦਰ ਵੱਲੋਂ ਆਇਆ, ਇਹਦੇ ਵਿੱਚ ਸਟੇਟ ਦਾ ਕੋਈ ਹਿੱਸਾ ਨਹੀਂ। ਲੇਕਿਨ ਇਹਦੇ ਵਿੱਚ ਪੰਜਾਬ ਸਰਕਾਰ ਫੇਲ ਕਿੱਥੇ ਰਹੀ ਹੈ? ਪੰਜਾਬ ਸਰਕਾਰ ਇਸ ਵਿੱਚ ਫੇਲ ਇੱਥੇ ਰਹੀ ਹੈ ਕਿ ਪਹਿਲਾਂ ਤਾਂ ਇਹਨਾਂ ਨੇ ਫਾਰਮ ਭਰਵਾ ਲਏ, ਫਾਰਮ ਲੇਟ ਭਰਵਾਏ, ਮਸ਼ੀਨਰੀ ਦਾ ਪ੍ਰਬੰਧ ਨਹੀਂ ਹੋਇਆ। ਦੂਜੀ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਇਹ ਮਸ਼ੀਨਰੀ ਆਉਂਦੀ ਹੈ, ਇਹਦੇ ਵਿੱਚ ਜਿਹੜਾ ਬੰਦਾ ਇੰਡੀਵਿਜੂਅਲ ਜਿਹੜਾ ਮਸ਼ੀਨਰੀ ਲੈਂਦਾ ਹੈ, ਉਹਨੂੰ 50% ਸਬਸਿਡੀ ਹੁੰਦੀ ਹੈ, ਔਰ ਜਿਹੜੇ ਛੋਟੇ ਕਿਸਾਨ ਜਿਨ੍ਹਾਂ ਦੀ ਅੱਜ ਪਰਾਲੀ ਦੀ ਸਮੱਸਿਆ ਬਣੀ ਹੋਈ ਹੈ, ਉਹਨਾਂ ਲਈ ਕੇਂਦਰ ਸਰਕਾਰ ਨੇ ਸੁਸਾਇਟੀਆਂ ਨੂੰ ਔਰ ਜਿਹੜੀਆਂ ਪੰਚਾਇਤਾਂ ਹੁੰਦੀਆਂ ਉਹਨਾਂ ਨੂੰ 80% ਸਬਸਿਡੀ ਤੇ ਇਹ ਜਿਹੜੀ ਮਸ਼ੀਨਰੀ ਦੇਣੀ ਹੁੰਦੀ ਹੈ। ਠੀਕ ਹੈ। ਹੁਣ ਪੰਜਾਬ ਸਰਕਾਰ ਇਸ ਮੁਹਾਜ ਤੇ ਫੇਲ ਹੋਈ ਹੈ ਕਿਉਂਕਿ ਪੰਜਾਬ ਸਰਕਾਰ ਦਾ ਤਾਂ ਧਿਆਨ ਹੀ ਨਹੀਂ ਹੈ। ਜੇ ਸਮੇਂ ਸਿਰ ਇਹ ਮੈਂ ਇੱਕ ਤੁਹਾਨੂੰ ਉਦਾਹਰਨ ਦਿੰਦਾ, ਬਠਿੰਡਾ ਦੇ ਵਿੱਚ 300 ਦੇ ਲਗਭਗ ਪਿੰਡ ਹੈ ਜੀ, ਬਠਿੰਡਾ ਜ਼ਿਲ੍ਹੇ ਦੇ ਵਿੱਚ। ਠੀਕ ਹੈ। ਜਿਹਦੇ ਵਿੱਚੋਂ ਕੇਵਲ 6 ਪੰਚਾਇਤਾਂ ਨੇ ਇਹ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਨੂੰ ਖਰੀਦ ਕਰਵਾ ਸਕੀ ਆ ਮਸ਼ੀਨਰੀ ਦੀ। 300 ਪੰਚਾਇਤਾਂ ਤੋਂ 6 ਪੰਚਾਇਤਾਂ। ਠੀਕ ਹੈ। ਔਰ 192 ਸੁਸਾਇਟੀਆਂ ਨੇ ਜੀ, ਔਰ 192 ਸੁਸਾਇਟੀਆਂ ਦੇ ਵਿੱਚੋਂ ਕੇਵਲ 24 ਸੁਸਾਇਟੀਆਂ ਨੂੰ ਹੀ ਮਸ਼ੀਨਾਂ ਗਈਆਂ ਨੇ। ਹੁਣ ਤੁਸੀਂ ਮੈਨੂੰ ਐਂ ਦੱਸੋ ਪਰਾਲੀ ਦੇ ਮੁੱਦੇ ਦੇ ਉੱਤੇ ਤੁਸੀਂ ਵੀ ਕੇਂਦਰ ਦਾ ਕੀ ਵਿਤਕਰਾ ਹੋਇਆ ਇਸ ਗੱਲ? ਠੀਕ ਹੈ, ਤੁਸੀਂ ਤਫਸੀਲ ਨਾਲ ਗੱਲ ਰੱਖ ਲਈ। ਮੈਂ ਅੱਗੇ ਵਧਾਂ, ਮੈਨੂੰ ਇੱਕ ਚੀਜ਼ ਦਾ ਜੇਕਰ ਤੁਸੀਂ ਜਵਾਬ ਦੇ ਸਕੋ ਕਿਉਂਕਿ ਤੁਸੀਂ ਅੰਕੜੇ ਪੂਰੇ ਲਏ ਨੇ। ਇਹ ਜਿਹੜਾ 22-23 ਦੇ ਲਈ 221 ਕਰੋੜ 28 ਲੱਖ 94,880 ਰੁਪਇਆ ਆਇਆ, ਕੋਈ ਤਰੀਕ ਦੱਸ ਸਕਦੇ ਹੋ ਸਰ ਕਿ ਕਿਹੜੀ ਡੇਟ ਨੂੰ ਆ ਚੁੱਕਿਆ ਸੀ ਇਹ? ਮੈਂ ਤੁਹਾਨੂੰ ਡੇਟ ਵੀ ਦੱਸ ਦੂੰ, ਮੇਰੇ ਕੋਲੇ ਆ ਸਾਰਾ ਬਿਊਰਾ ਹੈ ਜਿਹੜਾ ਆਇਆ, ਜ਼ਿਲ੍ਹੇ ਵਾਈਜ਼ ਆਇਆ। ਇਸ ਕਰਕੇ ਪੁੱਛ ਰਹੇ ਤਾਂ ਕਿ ਥੋੜਾ ਜਿਹਾ ਹੋਰ ਕਲੀਅਰ ਹੋ ਜਾਏਗਾ, ਕਿਤੇ ਇਹ ਨਾ ਹੋਵੇ ਕਿ ਪੈਸਾ ਉੱਪਰੋਂ ਲੇਟ ਆਇਆ ਤਾਂ ਫਿਰ ਅੱਗੇ ਵੰਡਣ ਨੂੰ ਵੀ ਲੇਟ ਹੀ ਹੋਏਗਾ ਨਾ। ਤਾਂ ਤਰੀਕ ਇਸ ਕਰਕੇ ਪੁੱਛ ਰਹੇ ਹਾਂ। ਪੈਸਾ ਸਮੇਂ ਸਿਰ ਆਇਆ, ਮੈਂ ਮਾਫੀ ਚਾਹੁੰਦਾ, ਮੈਂ ਤਰੀਕ ਨਹੀਂ ਲੈ ਸਕਿਆ, ਮੇਰੇ ਕੋਲ ਸਾਰੇ ਅੰਕੜੇ ਨੇ ਜ਼ਿਲ੍ਹੇ ਵਾਈਜ਼, ਮੈਂ ਤੁਹਾਨੂੰ ਤਰੀਕ ਵੀ ਦੱਸ ਦੂੰਗਾ, ਲੇਕਿਨ ਇਹਦੇ ਵਿੱਚ ਕੋਈ ਝੂਠ ਨਹੀਂ ਹੈ। ਠੀਕ ਹੈ, ਤੁਸੀਂ ਡੇਟਾ ਦੱਸ ਰਹੇ ਹੋ, ਉਸ ਦੇ ਵਿੱਚ ਫੈਕਟ ਦੇ ਉੱਤੇ ਗੱਲ ਹੋਵੇ ਤਾਂ ਉਸ ਤੋਂ ਵਧੀਆ ਕੀ ਹੋ ਸਕਦਾ ਕਿ ਜੇਕਰ ਤੁਸੀਂ ਇੱਕ ਪਾਈ ਦਾ ਹਿਸਾਬ ਲੈ ਰਹੇ ਹੋ, ਦੇ ਰਹੇ ਹੋ, ਤਾਂ ਫਿਰ ਉਸ ਤੋਂ ਵਧੀਆ ਕੀ ਹੋ ਸਕਦਾ ਹੈ? ਸੰਘੇੜਾ ਸਾਹਿਬ, ਮੈਂ ਸ਼ੁਰੂਆਤ ਇੱਥੋਂ ਹੀ ਕਰਦਾ ਕਿ ਪਰਾਲੀ ਦੇ ਮੁੱਦੇ ਉੱਤੇ ਹੱਲ ਦੀ ਗੱਲ ਹੋ ਰਹੀ ਹੈ ਤੇ ਇਸ ਵਿਚਾਲੇ ਕਿਸਾਨੀ ਅੰਦੋਲਨ ਕਿੱਥੋਂ ਯਾਦ ਆ ਗਿਆ? ਇਹ ਕਿਵੇਂ ਤੁਸੀਂ ਲਿਆ ਕੇ ਦੋਨਾਂ ਨੂੰ ਆਪਸ ਦੇ ਵਿੱਚ ਜੋੜ ਦਿੱਤਾ? ਇੱਕ ਪਾਸੇ ਕਿਸਾਨੀ ਅੰਦੋਲਨ, ਇੱਕ ਪਾਸੇ ਜਿਹੜਾ ਪਰਾਲੀ ਦਾ ਮਸਲਾ।
ਗੌਰਵ ਜੀ ਜਿਹੜੇ ਸੋਢੀ ਸਾਹਿਬ ਅੰਕੜੇ ਦੇ ਰਹੇ ਆ ਨਾ, ਮੈਂ ਇਹਨਾਂ ਨੂੰ ਕਿੰਤੂ ਨਹੀਂ ਕਰਦਾ। 19-21 ਦਾ ਫਰਕ ਹੋਊਗਾ। ਜੋ ਪੈਸਾ ਕੇਂਦਰ ਤੋਂ ਆਇਆ ਮਸ਼ੀਨਰੀ ਵਾਸਤੇ, ਸੰਭਾਲ ਵਾਸਤੇ, ਤੁਹਾਡਾ ਬਹੁਤ ਬਹੁਤ ਧੰਨਵਾਦ ਸੋਢੀ ਸਾਹਿਬ। ਇਹ ਲੋਕਾਂ ਦੇ ਟੈਕਸ ਦਾ ਹੀ ਪੈਸਾ ਆ ਔਰ ਅਸੀਂ ਉਹ ਪੂਰਾ ਖਰਚ ਲਿਆ ਆ। 3 ਗੁਣਾ ਮਸ਼ੀਨਾਂ ਦਿੱਤੀਆਂ ਕਾਂਗਰਸ ਦੇ ਟਾਈਮ ਨਾਲੋਂ, 3 ਗੁਣਾ ਮਸ਼ੀਨਾਂ ਆਹੀ 5-6 ਮਹੀਨੇ ਦੇ ਵਿੱਚ ਤੇ ਉਹਨਾਂ ਵਿੱਚੋਂ ਜਿਹੜੇ ਥੋੜੇ ਬਹੁਤ ਪੈਸੇ ਕਹਿੰਦੇ ਆ ਉਹ ਇਸ ਤਰ੍ਹਾਂ ਹੋਏਗਾ ਕਿ ਕੋਈ ਬਿੱਲ ਅਜੇ ਪਾਸ ਨਹੀਂ ਹੋਏ ਜਾਂ ਪੇਮੈਂਟ ਨਹੀਂ ਹੋਈ ਜਾਂ ਇਸ ਤਰ੍ਹਾਂ ਦਾ ਕੋਈ ਗੱਲ ਹੋਏਗਾ। ਮਸ਼ੀਨਾਂ ਖਰੀਦਣ ਤੇ ਮੁਹੱਈਆ ਕਰਨ ਬਾਰੇ ਕੋਈ ਦੇਰੀ ਨਹੀਂ ਹੋਈ, ਕਾਫੀ ਫੁਰਤੀ ਨਾਲ ਕੰਮ ਕੀਤਾ ਗਿਆ। ਪਰ ਉਹ ਇਹ ਸਾਧਨ ਜਿਹੜਾ 100% ਦੀ ਰੋਕਥਾਮ ਨਹੀਂ ਕਰ ਸਕਦਾ। 45 ਤੋਂ 50% ਤੱਕ ਪਰਾਲੀ ਜਿਹੜੀ ਆ ਹੋਰ ਸਾਧਨਾਂ ਰਾਹੀਂ ਸਾਂਭੀ ਜਾ ਰਹੀ ਹੈ, ਸਾਂਭੀ ਗਈ ਹੈ। ਬਹੁਤ ਪਿੰਡ ਨੇ, ਬਹੁਤ ਥਾਵਾਂ ਨੇ ਜਿੱਥੇ ਬਿਲਕੁਲ ਹੀ ਇਹ ਜਿਹੜੀ ਜਲਾਉਣ ਦੀਆਂ ਘਟਨਾਵਾਂ ਬਹੁਤ ਘੱਟ ਹੋਈਆਂ ਜਾਂ ਹੋਈਆਂ ਹੀ ਨਹੀਂ ਹੈ। ਇਸ ਤਰ੍ਹਾਂ ਦੀਆਂ ਥਾਵਾਂ ਵੀ ਹੈਗੀਆਂ ਆ। ਹੁਣ ਪ੍ਰੋਬਲਮ ਕਿੱਥੇ ਆਉਂਦੀ ਹੈ? ਅਸੀਂ ਸਕੀਮ ਬਣਾ ਕੇ ਭੇਜੀ, ਕੇਂਦਰ ਸਰਕਾਰ ਨੇ ਰੱਦ ਕਰਤੀ। ਜੇ 60-40 ਦੀ ਰੇਸ਼ੋ ਕਹਿੰਦੇ ਆ, ਇਹ ਜੇ 100% ਦਿੰਦੇ ਤਾਂ ਠੀਕ ਹੈ। ਪੰਜਾਬ ਦੀ ਕ੍ਰੌਪ ਨਹੀਂ ਹੈ ਪੈਡੀ ਜਿਹੜੀ ਆ ਕੇਂਦਰ ਦੇ ਕਹੇ ਤੇ ਫੂਡ ਸਿਕਿਉਰਿਟੀ ਐਕਟ ਦੇ ਇਹਨਾਂ ਨੇ ਲੋਕਾਂ ਨੂੰ ਵੰਡਣਾ ਸੀਗਾ, ਭੁੱਖਮਰੀ ਚ ਸੀਗਾ ਦੇਸ਼, ਉਹਨੂੰ ਆਤਮ ਨਿਰਭਰ ਕਰਨ ਲਈ ਕਿਸਾਨਾਂ ਨੇ ਇਹ ਬੀੜਾ ਚੱਕਿਆ ਸੀਗਾ। ਉਹਦੇ ਕਰਕੇ ਕਿਸਾਨ ਕਰਜ਼ਾਈ ਹੋਇਆ, ਉਹਦੇ ਕਰਕੇ ਪੰਜਾਬ ਤਬਾਹ ਹੋਇਆ, ਵਾਟਰ ਟੇਬਲ ਇੰਨਾ ਥੱਲੇ ਚਲਾ ਗਿਆ, ਕੀਟਨਾਸ਼ਕ ਦੂਸਰੀਆਂ ਦਵਾਈਆਂ ਜਿਹੜੀਆਂ ਇੱਥੋਂ ਤੱਕ ਸਾਰੀ ਜ਼ਮੀਨ ਗੰਦੀ ਹੋਈ ਹੈ। ਸੋ ਉਹਦੇ ਬਾਵਜੂਦ ਇਹਨਾਂ ਨੇ ਕੇਂਦਰ ਨੇ 100% ਹੀ ਚੱਕਣਾ ਹੈ, ਪਰ ਕੇਂਦਰ ਬਾਰ-ਬਾਰ ਪਿੱਛੇ ਹਟ ਰਹੇ ਆ। ਅਸੀਂ ਇੱਕ ਇੰਡਸਟਰੀ ਲਾਉਣ ਦੀ ਗੱਲ ਕੀਤੀ ਸੀ, ਬਾਇਓਗੈਸ ਦੀ ਗੱਲ ਕੀਤੀ ਸੀ, ਉਹ ਤੋਂ ਪਿੱਛੇ ਹਟ ਗਏ। ਫਿਰ ਅਸੀਂ ਕਿਸਾਨਾਂ ਨੂੰ ਪੈਸੇ ਦੇਣ ਦੀ ਵੈਲ ਇਨ ਟਾਈਮ ਸਕੀਮ ਬਣਾ ਕੇ ਭੇਜੀ ਸੀ, ਉਹ ਰੱਦ ਕਰਤੀ। ਹੁਣ ਕਿਸੇ ਪਾਸੇ ਪੈਰ ਲਾਉਣ ਤਾਂ ਹੀ ਆ। ਬਾਕੀ ਰਹੀ ਬਦਨਾਮੀ ਦੀ ਗੱਲ, ਯੋਜਨਾਬੱਧ ਤਰੀਕੇ ਨਾਲ ਪੰਜਾਬ ਦੇ ਕਿਸਾਨ ਨੂੰ ਬਦਨਾਮ ਕੀਤਾ ਜਾ ਰਿਹਾ। ਅਸੀਂ ਕੋਈ ਝੂਠ ਥੋੜੀ ਬੋਲ ਰਹੇ ਹਾਂ। ਮੁੱਖ ਮੰਤਰੀ ਸਾਹਿਬ ਨੇ ਕਲੀਅਰ ਕੱਟ ਦੱਸਿਆ, ਹਰ ਚਿੱਠੀਆਂ 'ਚ ਪੁੱਛਦੇ ਆ ਵੀ ਕਿੰਨੇ ਪਰਚੇ ਦਰਜ ਕੀਤੇ। ਇਹ ਮਨੋਂ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਪੰਜਾਬ ਸਰਕਾਰ ਕਿਸਾਨਾਂ ਨੂੰ ਕੁਚਲੇ, ਤੰਗ ਕਰੇ, ਇਹਨਾਂ ਨੂੰ ਕਚੀਚੀਆਂ ਵੱਟਦੇ ਆ ਕਿਉਂਕਿ ਹਾਰ ਚੁੱਕੇ ਆ। ਇੱਕ ਜਿਹੜਾ ਕਾਰਪੋਰੇਟਸ ਨੂੰ ਜ਼ਮੀਨਾਂ ਹੌਲੀ-ਹੌਲੀ ਜਾਣ ਦਾ ਜਿਹੜਾ ਪਲੰਦਾ ਬਣਾਇਆ ਸੀ, ਸਾਜ਼ਿਸ਼ ਕਰੀ ਸੀ, ਉਹ ਫੇਲ ਹੋ ਗਈ ਕਿਸਾਨਾਂ ਦੇ ਏਕੇ ਕਰਕੇ। ਔਰ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਬਦਲਾ ਲੈਣ ਵਾਲੀ ਰਣਨੀਤੀ ਹੈ? ਦੇਖੋ, ਫਰੀਦਾਬਾਦ ਦਾ 에ਅਰ ਕੁਆਲਿਟੀ ਇੰਡੈਕਸ ਹੈਗਾ 402, 3 ਗੁਣਾ ਲੁਧਿਆਣੇ ਨਾਲੋਂ। ਲੁਧਿਆਣਾ ਮੋਸਟ ਪੋਲੂਟਡ ਸਿਟੀ ਹੈ ਜੀ ਇਸ ਵੇਲੇ ਪੰਜਾਬ ਦਾ, ਬਟ ਫਰੀਦਾਬਾਦ ਨਾਲ ਉਹ ਵੀ ਠੀਕ ਹੈ। ਫਿਰ ਇਹਨਾਂ ਦਾ ਮਨੇਸਰ ਲੈ ਲਓ, ਗਵਾਲੀਅਰ ਲੈ ਲਓ, ਗੁਰੂਗ੍ਰਾਮ ਲੈ ਲਓ, ਈਵਨ ਰਾਜਸਥਾਨ ਦੇ ਕਈ ਏਰੀਆਜ਼ ਹੈਗੇ ਆ ਜਿੱਥੇ 에ਅਰ ਕੁਆਲਿਟੀ ਇੰਡੈਕਸ ਜਿਹੜਾ ਪੰਜਾਬ ਨਾਲੋਂ ਕਿਤੇ ਜ਼ਿਆਦਾ ਹੈ, ਰਾਜਸਥਾਨ ਤੇ ਯੂਪੀ ਦਾ ਵੀ। ਤੇ ਰੌਲਾ ਇਹ ਪੰਜਾਬ ਦਾ ਪਾਈ ਜਾਂਦੇ ਆ। ਪੰਜਾਬ ਦੇ ਤਾਂ 3 ਸਿਟੀ ਜਿਹੜੇ ਆ, ਜਿੱਦਾਂ ਲੁਧਿਆਣਾ ਸਭ ਤੋਂ ਉੱਪਰ ਆ, 2 ਸਿਟੀ ਹੋਰ ਨੇ ਜਿੱਥੇ ਥੋੜੀ ਜਿਹੀ 에ਅਰ ਕੁਆਲਿਟੀ ਇੰਡੈਕਸ ਇਹਨਾਂ ਦਿਨਾਂ 'ਚ ਵਧਿਆ ਆ। ਤੇ ਨਹੀਂ ਤਾਂ ਇਸ ਤਰ੍ਹਾਂ ਦੀ ਗੱਲ ਹੀ ਕੋਈ ਨਹੀਂ। ਫੈਕਟਸ ਕਿਉਂ ਨਹੀਂ ਰੱਖਦੇ? ਇਹ ਕੱਲ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਨੇ ਵੀ ਬਿਆਨ ਦੇ ਦਿੱਤਾ, ਹੋਰ ਉੱਪਰ ਵੀ ਚੈਨਲ ਤੇ ਵੀ ਤੇ ਮੀਡੀਆ 'ਚ ਵੀ ਕਿਸਾਨਾਂ ਦੇ ਵਿਰੋਧੀ ਬੋਲੀ ਜਾ ਰਿਹਾ। ਜਿਸ ਤਰ੍ਹਾਂ ਕਿਸਾਨਾਂ ਨੇ ਭਾਂਬੜ ਵਾਲ ਦਿੱਤੇ। ਕਿਸਾਨ ਤਾਂ ਸਭ ਤੋਂ ਵੱਡਾ ਸਫਰਰ ਹੈ। ਨਹੀਂ ਠੀਕ ਹੈ, ਮੈਨੂੰ ਇੱਕ ਚੀਜ਼ ਸਮਝਾਓ ਸੰਗੇੜਾ ਸਾਹਿਬ ਜੀ, ਸਮੱਸਿਆ ਹੈ ਕਿ ਨਹੀਂ ਹੈ ਪਰਾਲੀ ਦੀ ਵਜ੍ਹਾ ਨਾਲ ਲੋਕਾਂ ਨੂੰ ਦਿੱਕਤ ਪੰਜਾਬ ਵਾਲਿਆਂ ਨੂੰ ਹੋ ਰਹੀ ਹੈ ਕਿ ਨਹੀਂ? ਗੌਰਵ ਜੀ, ਪਰਾਲੀ ਦੀ ਮੇਗਾ ਸਮੱਸਿਆ ਆ। ਉਹਦਾ ਕਾਰਨ ਹੈ ਕਿਉਂਕਿ ਮੇਗਾ ਮਾਰਕੀਟਿੰਗ ਸੀਜ਼ਨ ਹੈ, ਸਭ ਤੋਂ ਵੱਡਾ ਮਾਰਕੀਟਿੰਗ ਸੀਜ਼ਨ ਹੈ ਪੈਡੀ ਦਾ। ਥੋੜੇ ਦਿਨਾਂ 'ਚ ਹੀ, ਕੋਈ 35 ਦਿਨਾਂ ਦੇ ਵਿੱਚ, 40 ਦਿਨਾਂ ਦੇ ਵਿੱਚ 200 ਲੱਖ ਟਨ ਤੋਂ ਥੋੜੀ ਜਿਹੀ ਘੱਟ ਪੈਡੀ ਆਉਂਦੀ ਹੈ ਮੰਡੀਆਂ 'ਚ। ਉਹਨੂੰ ਸਾਰੀ ਨੂੰ ਸੰਭਾਲਣਾ ਹੁੰਦਾ। ਉਹਦੇ ਹਿਸਾਬ ਨਾਲ ਉਹਦੀ ਰਹਿੰਦ ਖੂੰਹਦ ਨੂੰ ਸੰਭਾਲਣ ਲਈ ਮਦਦ ਕਰਨ ਦੀ ਜ਼ਿੰਮੇਵਾਰੀ ਵੀ ਕੇਂਦਰ ਦੀ ਹੈ, ਕਿਉਂਕਿ ਪੈਡੀ 'ਚ ਸਭ ਤੋਂ ਵੱਧ ਮਾਰਕੀਟੇਬਲ ਸਰਪਲਸ ਹੁੰਦਾ। ਲੋਕਲ ਤਾਂ ਆਪਣੇ ਕੰਜ਼ੰਪਸ਼ਨ ਹੈ ਹੀ ਨਹੀਂ ਪੈਡੀ ਦੀ। ਤੇ ਇਹ ਹੁਣ ਮੇਰਾ ਸਵਾਲ ਹੁਣ ਵੀ ਸਟੈਂਡ ਕਰਦਾ ਸਰ। ਮੈਂ ਤਾਂ ਉਹੀ ਪੁੱਛ ਰਿਹਾ ਸੀਗਾ ਕਿ ਕਿਸਾਨੀ ਅੰਦੋਲਨ ਨਾਲ ਕਿਵੇਂ ਜੋੜ ਰਹੇ ਹੋ? ਕਿਸਾਨੀ ਅੰਦੋਲਨ ਨਾਲ ਕਲੀਅਰ ਕੱਟ ਹੈ, ਬਿਟਰ ਨੇ। ਦੇਖੋ, ਵੋਟਿੰਗ ਤੇ ਜਾਣਾ ਪਿਆ ਜੀ। ਤੁਹਾਨੂੰ ਲੱਗ ਰਿਹਾ ਕਿ ਕਾਨੂੰਨ ਵਾਪਸ ਲੈਣੇ ਪਏ। ਹੁਣ ਚਿੱਠੀਆਂ ਦੇ ਜ਼ਰੀਏ ਤੁਹਾਡੇ ਉੱਪਰ ਦਬਾਅ, ਯਾਨੀ ਪੰਜਾਬ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਪਰਚੇ ਕਰੋ। ਹਾਂ ਬਿਲਕੁਲ, ਚਿੱਠੀਆਂ ਦੇ ਜ਼ਰੀਏ ਵੀ, ਜ਼ੁਬਾਨੀ ਵੀ। ਉਹ ਚਾਹੁੰਦੇ ਆ ਕਿ ਇਸ ਬਹਾਨੇ ਕਿਸਾਨਾਂ ਦੇ ਪਰਚੇ ਹੋਣ ਔਰ ਇਹਨਾਂ ਤੇ ਲਾਠੀ ਚਾਰਜ ਹੋਵੇ, ਹੋਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ। ਰਵਨੀਤ ਜੀ ਥੋੜਾ ਜਿਹਾ ਹੋਰ ਇੰਤਜ਼ਾਰ ਕਰਿਓ, 30 ਸੈਕਿੰਡ ਦੇ ਲਈ ਮੈਂ ਤੁਹਾਡੇ ਕੋਲ ਆ ਰਿਹਾ। ਸੋਢੀ ਸਾਹਿਬ ਗੌਰਵ ਜੀ, ਪਹਿਲੀ ਗੱਲ ਤਾਂ ਇਹ ਹੈ, ਮੈਂ ਕੋਈ ਕੇਂਦਰ ਦੀ ਗ੍ਰਾਂਟ ਦੱਸ ਕੇ ਮੈਂ ਪੰਜਾਬ ਤੇ ਜਾਂ ਆਸਾਨ ਨਹੀਂ ਕਰ ਰਿਹਾ। ਮੈਂ ਇਹ ਗੱਲ ਕਹਿ ਰਿਹਾ ਕਿ ਜਿਹੜੇ ਸਟੇਟ ਨੂੰ ਪੈਸਾ ਆ ਰਿਹਾ ਹੈ ਜੀ, ਉਹ ਪੈਸਾ ਲੈ ਕੇ ਵੀ ਮੁੱਕਰਨਾ ਔਰ ਉਹਦੇ ਉੱਤੇ ਕਿੰਤੂ ਧੰਨਵਾਦ ਕੀਤਾ। ਇਹਨੇ ਸਾਹਿਬ ਮੈਂ ਧੰਨਵਾਦ ਕੀਤਾ ਜਿੰਨਾ ਵੀ ਦਿੱਤਾ ਤੁਸੀਂ। ਥੋੜਾ ਮੈਨੂੰ ਬੋਲ ਲੈਣ ਦਿਓ। ਦੂਜੀ ਗੱਲ,
ਅੱਜ 2 ਵਜੇ ਸੜਕਾਂ ਦੇ ਉੱਪਰ ਮਾਲਵੇ ਦੇ ਵਿੱਚ ਗੌਰਵ ਜੀ ਜਿਹੜੇ ਸੰਗਰੂਰ ਤੋਂ ਮੁੱਖ ਮੰਤਰੀ ਹੈਗੇ ਨੇ, ਜਿਨ੍ਹਾਂ ਦਾ ਹਲਕਾ ਹੈ, ਸਾਰੇ ਮਾਮਲੇ ਉੱਥੇ ਵੱਧ ਆਏ ਨੇ। 3634 ਮਾਮਲੇ ਤੁਹਾਡੇ ਚੈਨਲ ਨੇ ਵਿਖਾਏ ਨੇ। ਔਰ ਤੁਹਾਡੇ ਚੈਨਲ ਦੀ ਮੈਂ ਇੱਕ ਹੋਰ ਗੱਲ ਦੱਸ ਦਿੰਦਾ ਕਿ ਇਹ ਜਿਹੜੀ ਸਰਕਾਰ ਹੈ ਇਹ ਵੀ ਦੂਰੀ ਨੀਤੀ ਹੈ, ਦੋਗਲੀ ਨੀਤੀ। ਇਹਨਾਂ ਦੇ ਜਿਹੜੇ ਮੰਤਰੀ ਨੇ ਖੇਤੀਬਾੜੀ ਤੇ ਸੀਐਮ ਸਾਹਿਬ, ਕੱਲ ਇੱਕ ਕਿਸਾਨ ਨੇਤਾ ਨੇ ਟੀਵੀ ਦੇ ਉੱਪਰ ਕਿਹਾ ਕਿ ਸਾਡੇ ਨਾਲ ਇਹਨਾਂ ਨੇ ਮੀਟਿੰਗ ਦੇ ਵਿੱਚ ਕਮਿਟਮੈਂਟ ਕੀਤੀ ਸੀ ਕਿ ਅਸੀਂ ਕੋਈ ਰੈੱਡ ਐਂਟਰੀ ਨਹੀਂ ਕਰਾਂਗੇ, ਕੋਈ ਅਸੀਂ ਪਰਚਾ ਨਹੀਂ ਦਰਜ ਕਰਾਂਗੇ, ਕੋਈ ਜੁਰਮਾਨਾ ਨਹੀਂ ਕਰਾਂਗੇ। ਤੁਹਾਡੇ ਹੀ ਚੈਨਲ ਤੇ ਉਸ ਤੋਂ ਬਾਅਦ ਇੱਕ ਖੇਤੀਬਾੜੀ ਅਫਸਰ ਨੇ ਕਿਹਾ ਕਿ ਅਸੀਂ ਇੰਨੇ ਮੁਕੱਦਮੇ ਦਰਜ ਕੀਤੇ ਆ, ਇੰਨਾ ਜੁਰਮਾਨਾ ਕੀਤਾ, ਇੰਨੇ ਅਸੀਂ ਕਿਸਾਨਾਂ ਦੀ ਰੈੱਡ ਐਂਟਰੀ ਕੀਤੀ ਹੈ। ਮੈਂ ਰੈੱਡ ਐਂਟਰੀਆਂ ਦੇ ਉੱਤੇ ਆਉਣਾ, ਆਪਾਂ ਜਿਹੜੇ ਪੁਆਇੰਟ ਦੇ ਉੱਤੇ ਉਸ ਦੇ ਉੱਤੇ ਰਹੀਏ। ਸੰਘੇੜਾ ਸਾਹਿਬ ਔਰ ਤੁਹਾਡੀ ਥੋੜਾ ਇੰਤਜ਼ਾਰ ਕਰਿਓ, ਰਵਨੀਤ ਜੀ ਵੀ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ। ਰਵਨੀਤ ਜੀ, ਪੁਆਇੰਟ ਕਿਸਾਨਾਂ ਦੇ ਉੱਤੇ ਉੱਠ ਰਿਹਾ ਹੈ, ਪਰਾਲੀ ਸੜਨ ਨੂੰ ਲੈ ਕੇ। ਦੇਖੋ ਸਮੱਸਿਆ ਹੈ, ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ, ਇਹ ਵੀ ਸਾਰਿਆਂ ਨੂੰ ਪਤਾ ਹੈ। ਪੁਆਇੰਟ ਨੰਬਰ 1 ਕਿ ਕਿਸਾਨਾਂ ਨੂੰ ਵੀ ਲੱਗ ਰਿਹਾ ਕਿ ਕੇਂਦਰ ਦੀ ਸਰਕਾਰ ਕੋਈ ਕਿੜ ਕੱਢ ਰਹੀ ਹੈ। ਗੌਰਵ ਜੀ, ਇਹ ਦੋ ਗੱਲਾਂ ਅੰਡਰਸਟੈਂਡ ਕਰਨੀਆਂ ਪੈਣੀਆਂ ਆਪਾਂ ਨੂੰ। ਦੇਖੋ, ਮਾਨਯੋਗ ਸੁਪਰੀਮ ਕੋਰਟ ਦੀ ਜਿਹੜੀ ਰੂਲਿੰਗ ਹੈ, ਜਿਹੜੀ 6/11/2019 ਦੀ ਆਈ ਦੀ ਆ, ਉਹਦੀ ਕਾਪੀ ਵੀ ਹੈ ਮੇਰੇ ਕੋਲੇ, ਜੇ ਕਹੋਗੇ ਤੁਹਾਨੂੰ ਫਾਰਵਰਡ ਕਰ ਦੂੰਗਾ। ਉਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਸਿੱਧੇ ਤੌਰ ਤੇ ਕਿਹਾ ਹੋਇਆ ਵੀ ਅੰਟਿਲ ਅਨਲੈਸ ਤੁਸੀਂ ਫਾਰਮਰ ਨੂੰ ਕੰਪਨਸੇਟ ਨਹੀਂ ਕਰਦੇ, ਉਹਨਾਂ ਚਿਰ ਫਾਰਮਰ ਤੇ ਕੋਈ ਐਕਸ਼ਨ ਨਹੀਂ ਲੈ ਸਕਦੇ। ਸੋ ਪਹਿਲਾਂ ਤਾਂ ਇਹ ਕੋਰਟ ਆਫ ਕੰਟੈਂਪਟ ਹੈ ਜੇ ਫਾਰਮਰਸ ਦੀਆਂ ਰੈੱਡ ਐਂਟਰੀ ਕਰ ਰਹੀ ਹੈ ਸਰਕਾਰ। ਦੂਸਰੀ ਗੱਲ, ਕਿਸਾਨਾਂ ਦੇ ਕਿੜ ਕੱਢਣੀ, ਕਿਸਾਨਾਂ ਦੇ ਉਲਟ ਬੋਲਣਾ, ਕਿਸਾਨਾਂ ਦਾ ਕੁਝ ਕਰਨਾ, ਉਹ ਸਾਰਾ ਕੁਝ ਸੈਕੰਡਰੀ ਹੈ ਗੌਰਵ ਜੀ। ਇਹ ਚੀਜ਼ਾਂ ਨਾਲ ਕਦੇ ਪਰਾਲੀ ਦਾ ਹੱਲ ਨਹੀਂ ਹੁੰਦਾ। ਪਰ ਇੱਕ ਗੱਲ ਦੱਸੋ, ਇਹ ਪਰਾਲੀ ਦਾ ਕੀ ਇੱਕ ਦਿਨ ਦਾ ਮੁੱਦਾ ਹੈ? 65 ਸਾਲ ਪਹਿਲਾਂ ਦਾ ਝੋਨਾ ਲਾਉਣ ਲੱਗੇ ਆ ਅਸੀਂ, ਉਦੋਂ ਦਾ ਮੁੱਦਾ ਹੈ। ਪਰ ਇਹ ਮੁੱਦਾ ਆ ਕੇ ਅਕਤੂਬਰ ਨਵੰਬਰ ਦੇ ਵਿੱਚ ਹੀ ਕਿਉਂ ਉਜਾਗਰ ਹੁੰਦਾ? ਕੀ ਉਸ ਤੋਂ ਪਹਿਲਾਂ ਸਰਕਾਰਾਂ ਸੁੱਤੀਆਂ ਪਈਆਂ ਹੁੰਦੀਆਂ? ਕੀ ਜਿਹੜੀ ਐਨਜੀਟੀ ਦੀ ਜਿਹੜੀ ਉਹਨੇ ਦਿੱਤੀ ਸੀ, ਰੂਲਿੰਗ ਦਿੱਤੀ ਸੀ, ਕਿ ਉਹਦੇ ਤੋਂ ਵੀ এনवायरमेंट ਵਾਲੇ ਜਿਹੜੇ ਹੈਗੇ ਪੋਲਿਊਸ਼ਨ ਕੰਟਰੋਲ ਵਾਲੇ ਉਹ ਭੱਜ ਰਹੇ ਆ? ਕੀ ਜਿਹੜੇ ਸਰਕਾਰ ਅੱਜ ਕਿਸਾਨਾਂ ਨੂੰ ਕਿਸਾਨਾਂ ਨੂੰ ਇੱਕ ਬੜਾ ਇਹ ਸੋਚ ਕੇ ਪੋਰਟਰੇਟ ਕਰ ਰਹੇ ਆ ਵੀ ਕਿਸਾਨ ਇੱਕ ਬਹੁਤ ਵੱਡਾ ਗੁਨਾਹਗਾਰ ਹੈ? ਗੌਰਵ ਜੀ, ਸੋਚਣ ਵਿਚਾਰਨ ਵਾਲੀ ਗੱਲ ਹੈ। ਕਿਸਾਨ ਜਿੱਥੇ ਆਪਦੇ ਖੇਤ ਦੇ ਵਿੱਚ ਜਿਹੜੀ ਰਹਿੰਦ ਖੂੰਦ ਰਹਿ ਜਾਂਦੀ ਹੈ, ਜੇ ਉਹਨੂੰ ਅੱਗ ਲਾਉਂਦਾ, ਸਭ ਤੋਂ ਪਹਿਲਾਂ ਉਹ ਅੱਗ ਉਹ ਧੂਆਂ ਉਹਦੇ ਬੱਚਿਆਂ ਦੇ ਉੱਤੋਂ ਦੀ ਜਾਂਦਾ, ਉਹਦੇ ਘਰ ਦੇ ਉੱਤੋਂ ਦੀ ਜਾਂਦਾ। ਦਿੱਲੀ ਦਾ 250 ਕਿਲੋਮੀਟਰ ਹੈ। ਸੋ ਸਾਡੀ ਮਨਸ਼ਾ ਨਹੀਂ। ਤੀਸਰੀ ਗੱਲ, PAU ਦੀ ਰੀਸੈਂਟ ਸਟੱਡੀ ਹੈ ਜਿਹਦੇ ਵਿੱਚ ਉਹਨੇ ਕਿਹਾ ਵੀ ਜਿਹੜਾ ਪੰਜਾਬ ਦਾ ਧੂਆਂ ਹੈ ਉਹ ਦਿੱਲੀ ਨੂੰ ਇੰਪੈਕਟ ਕਰਦਾ ਨਹੀਂ, 1 ਤੋਂ 2% ਕਰਦਾ। ਬਾਕੀ ਜਿਹੜਾ ਉਹਦਾ ਇੰਟਰਨਲ ਪੋਲਿਊਸ਼ਨ ਹੈ ਜਿਹੜਾ ਵਿੰਟਰ ਦੇ ਵਿੱਚ ਵੱਧ ਜਾਂਦਾ ਉਹਦੇ ਕਰਕੇ ਹੈ। ਸੋ ਇਹ ਜਦੋਂ ਸਾਰਾ ਕੁਝ ਆਪਾਂ ਕੈਲਕੂਲੇਟ ਕਰਾਂਗੇ, ਫਾਰਮਰ ਤਾਂ ਗੁਨਾਹਗਾਰ ਹੈ ਹੀ ਨਹੀਂ। ਫਾਰਮਰ ਤਾਂ ਪਹਿਲਾਂ ਹੀ ਦਬਿਆ ਹੋਇਆ, ਉਹਨੂੰ ਹੋਰ ਦਬਾਉਣ ਦੀ ਜਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਪੋਲਿਊਸ਼ਨ ਦਾ ਉਹਦੇ ਉੱਤੇ ਵੜਨ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੈਂਟਰ ਸਰਕਾਰ ਵੱਲੋਂ ਤੇ ਸੂਬਾ ਸਰਕਾਰ ਵੱਲੋਂ ਮਿਲ ਕੇ ਇਹ ਕੀਤਾ ਗਿਆ। ਠੀਕ ਹੈ, ਮੈਂ ਜਵਾਬ ਲੈਣ ਦੀ ਕੋਸ਼ਿਸ਼ ਕਰਦਾ। ਬਹੁਤ ਇੰਪੋਰਟੈਂਟ ਪੁਆਇੰਟ ਤੁਸੀਂ ਰੱਖਿਆ ਹੈ। ਲਾਜ਼ਮੀ ਤੌਰ ਤੇ ਸਿਆਸੀ ਬਿਆਨਬਾਜ਼ੀਆਂ ਸੈਕੰਡਰੀ ਚੀਜ਼ ਹੈ, ਪਰ ਗੱਲ ਤਾਂ ਇਹੀ ਹੈ ਕਿ ਹੱਲ ਕੀ ਹੋਵੇ ਉਸ ਦੇ ਉੱਤੇ ਕੋਈ ਗੱਲ ਕਿਉਂ ਨਹੀਂ ਕਰਦਾ। ਸੰਘੇੜਾ ਸਾਹਿਬ, ਜਿਹੜਾ ਰਵਨੀਤ ਜੀ ਵੀ ਜ਼ਿਕਰ ਕਰ ਰਹੇ ਨੇ, ਇੱਕੋ ਪੁਆਇੰਟ ਤੇ ਜਾਣਨਾ ਚਾਹੁੰਦਾ। ਤੇ ਦੂਜੀ ਗੱਲ, ਵਿਰੋਧੀ ਤੁਹਾਡੇ ਉੱਤੇ ਇਲਜ਼ਾਮ ਲਗਾਉਂਦੇ ਆ ਕਿ ਪਿਛਲੇ ਸਾਲ ਤੁਹਾਡੀ ਸਰਕਾਰ ਪੰਜਾਬ ਦੇ ਵਿੱਚ ਨਹੀਂ ਸੀ, ਉਸ ਤੋਂ ਪਿਛਲੇ ਸਾਲ ਦਿੱਲੀ ਦੀ ਸਰਕਾਰ ਸਾਰਾ ਠੀਕਰਾ ਭੰਨ ਦਿੰਦੀ ਹੁੰਦੀ ਸੀ ਪੰਜਾਬ ਦੇ ਉੱਤੇ ਕਿ ਪੰਜਾਬ 'ਚ ਪਰਾਲੀ ਸਾੜਨ ਨੂੰ ਲੈ ਕੇ ਸਰਕਾਰਾਂ ਕੁਝ ਕਰ ਨਹੀਂ ਰਹੀਆਂ, ਇਸ ਕਰਕੇ ਦਿੱਲੀ ਦੇ ਵਿੱਚ ਇਹ ਸਥਿਤੀ ਬਣੀ ਹੋਈ ਹੈ। ਹੁਣ ਤੁਹਾਡੀ ਸਰਕਾਰ ਹੈ, ਹੁਣ ਤੁਸੀਂ ਵੱਖਰੇ ਤਰੀਕੇ ਨਾਲ ਡਿਫੈਂਡ ਕਰ ਰਹੇ। ਅਸੀਂ ਗੌਰਵ ਜੀ ਕਦੀ ਵੀ ਨਹੀਂ ਕਿਹਾ ਕਿ ਇਹ 'ਚ ਕਿਸਾਨ ਦਾ ਦੋਸ਼ ਹੈ। ਮੈਂ ਰਵਨੀਤ ਬਰਾੜ ਸਾਹਿਬ ਪੰਜਾਬ ਦੀ ਪਰਾਲੀ ਦਾ ਜ਼ਿਕਰ ਤਾਂ ਹੁੰਦਾ ਸੀ। ਨਹੀਂ, ਜ਼ਿਕਰ ਹੁੰਦਾ ਆ, ਉਹ ਆਪਣੇ ਜਿਹੜੇ ਡਿਪਾਰਟਮੈਂਟਸ ਆ ਕਈ ਵਾਰੀ ਬਿਆਨ ਦੇ ਦਿੰਦੇ ਆ ਵੀ ਇਹ ਪਰਾਲੀ ਦਾ ਧੂਆਂ ਇੱਥੇ ਇੰਨੇ % ਆ ਗਿਆ, ਇੰਨੇ % ਆ ਗਿਆ। ਮੈਂ ਰਵਨੀਤ ਬਰਾੜ ਸਾਹਿਬ ਦੇ ਬਿਆਨ ਨਾਲ ਬਿਲਕੁਲ ਸਹਿਮਤ ਹਾਂ ਜੋ ਇਹਨਾਂ ਨੇ ਤੱਥ ਪੇਸ਼ ਕੀਤੇ ਆ, ਔਰ ਇਸ ਗੱਲ ਨਾਲ ਵੀ ਬਿਲਕੁਲ ਸਹਿਮਤ ਹਾਂ ਕਿ ਸਤੰਬਰ 'ਚ ਹੀ ਕਿਉਂ ਚਰਚਾ ਹੁੰਦੀ ਹੈ, ਨਵੰਬਰ 'ਚ ਫਿਰ ਬੰਦ ਹੋ ਜਾਂਦੀ ਹੈ, ਫਿਰ ਸਾਰਾ ਸਾਲ ਨਹੀਂ ਹੁੰਦੀ। ਸਾਡਾ ਇਹ ਪਹਿਲਾ ਸੀਜ਼ਨ ਹੈ ਗੌਰਵ ਸਾਹਿਬ, ਅਸੀਂ ਇਸ ਦਾ ਪੱਕਾ ਹੱਲ ਕਰਾਂਗੇ। ਕੇਂਦਰ ਨੇ ਐਤਕੀ ਬਿਲਕੁਲ ਸਾਡੀ ਬਾਂਹ ਨਹੀਂ ਫੜੀ। ਜਿਹੜੇ ਰੂਟੀਨ 'ਚ ਪੈਸੇ ਆਉਂਦੇ ਸੀਗੇ ਮਸ਼ੀਨਾਂ ਲਈ, ਉਹੀ ਆਏ ਆ। ਅਸੀਂ ਉਹਨਾਂ ਦਾ ਪੂਰਾ ਯੂਟਿਲਾਈਜੇਸ਼ਨ ਕੀਤੀ ਹੈ, ਔਰ ਸਭ ਤੋਂ ਵੱਧ ਪ੍ਰਚਾਰ ਰਾਹੀਂ ਵੀ, ਮੋਟੀਵੇਸ਼ਨ ਰਾਹੀਂ ਵੀ, ਹਰ ਤਰੀਕੇ ਨਾਲ ਨਤੀਜਾ ਨਹੀਂ ਨਿਕਲਿਆ, ਰਿਜ਼ਲਟ ਵਧੀਆ ਨਹੀਂ ਆਇਆ। ਦੇਖੋ, ਫੈਕਟਰੀਜ਼ ਲਾਉਣੀਆਂ ਪੈਣੀਆਂ, ਕੁਝ ਹੋਰ ਕਾਰਖਾਨੇ ਲਗਾਉਣੇ ਪੈਣੇ ਆ, ਇੱਕ ਮੇਗਾ ਇੰਤਜ਼ਾਮ ਕਰਨਾ ਪੈਣਾ। ਡਬਲ ਦਾ ਜ਼ਿਕਰ ਕਰ ਰਹੇ ਹੋ, ਮੈਂ ਸੋਢੀ ਸਾਹਿਬ ਦਾ ਰੁਕ ਕਰਾਂਗਾ। ਤੁਸੀਂ ਡਬਲ ਕਹਿ ਰਹੇ ਹੋ ਮਸ਼ੀਨਾਂ ਦਿੱਤੀਆਂ, ਪਰ ਪਿਛਲੇ ਸਾਲ ਦੇ ਮੁਕਾਬਲੇ ਨਾਲੋਂ ਹੁਣ ਇਸ ਵਾਰ ਜ਼ਿਆਦਾ ਪਰਾਲੀ ਸੜੀ ਹੈ 2 ਨਵੰਬਰ ਨਹੀਂ, ਜ਼ਿਆਦਾ ਨਹੀਂ ਸੜੀ ਗੌਰਵ ਜੀ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। 2021 ਚ 17000 ਕੇਸ ਸਾਹਮਣੇ ਆਏ ਸੀ,
2022 ਚ ਹੁਣ ਤੱਕ 21000 ਦੇ ਨੇੜੇ ਮਾਮਲੇ ਸਾਹਮਣੇ ਆ ਚੁੱਕੇ ਮੈਂ ਕੇਸਾਂ ਦੀ ਨਹੀਂ ਮੈਨੂੰ ਪਤਾ, ਮੇਰੇ ਕੋਲ ਜਿਹੜੇ ਏਰੀਆ ਹੈਗਾ ਆ ਥਾਵਾਂ ਤੇ ਪਰਾਲੀ ਸਾੜੀ ਗਈ। ਪਰਸੋਂ ਤੱਕ ਇਹ 5 ਲੱਖ ਹੈਕਟੇਅਰ ਤੇ ਅੱਗਾਂ ਲੱਗੀਆਂ ਸੀਗੀਆਂ ਜੀ, ਜਿਹੜੀਆਂ 2020 ਤੇ 2021-22 ਵਿੱਚ, ਤੇ ਪਰਸੋਂ ਤੱਕ ਇਸ ਸਾਲ 2.9 ਲੱਖ ਹੈਕਟੇਅਰ ਤੇ ਅੱਗਾਂ ਲੱਗੀਆਂ। ਦੇਖੋ ਅੰਕੜੇ ਵੱਖਰੇ ਵੱਖਰੇ ਆ, ਤੇ ਇਹ ਮਤਲਬ ਦਿਸ ਇਜ਼ ਵੈਰੀ ਨੀਅਰ ਟੂ ਦਾ ਐਗਜ਼ੈਕਟ ਸਿਚੁਏਸ਼ਨ। ਬਾਕੀ ਲੱਗ ਰਹੀਆਂ ਇਹ ਵੈਸੇ ਪੀਪੀਸੀਸੀ ਦੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨੇ। ਮੈਂ ਉਹੀ ਕਹਿ ਰਿਹਾ, ਜਿਹੜੇ ਅੱਜ ਅਸੀਂ ਡੇਟਾ ਲੈ ਕੇ ਆਏ ਆ ਉਹ ਵੀ ਤਾਂ ਵੈਬਸਾਈਟ ਤੋਂ ਲਿਆ ਨਾ, 2 ਤਰੀਕ ਦਾ ਲੇਟੈਸਟ ਡੇਟਾ ਆ, ਜਿਹੜਾ ਅਸੀਂ AQ ਇੰਡੈਕਸ ਉਹਦੇ ਨਾਲ ਹੀ ਪ੍ਰਭਾਵਿਤ ਹੁੰਦਾ ਹੈ ਨਾ, ਜਿੰਨੀ ਅੱਗ ਲੱਗੀ ਆ, ਜਿੰਨਾ ਉਹਦਾ ਧੂਆਂ ਨਿਕਲਿਆ, 에ਅਰ ਕੁਆਲਿਟੀ ਇੰਡੈਕਸ ਜਿਹੜਾ ਉਹਦੇ ਨਾਲ ਹੀ ਪ੍ਰਭਾਵਿਤ ਹੋਣਾ ਆ। ਉਹ ਅਸੀਂ ਦੱਸਦਾ ਪਿਆ ਲੁਧਿਆਣਾ ਤੇ ਖੰਨਾ ਜਾਂ ਅੰਮ੍ਰਿਤਸਰ 2-3 ਥਾਵਾਂ ਆ ਜਿੱਥੇ ਅਬਵ ਐਵਰੇਜ ਹੈ, ਪਰ ਫਰੀਦਾਬਾਦ ਜਿੰਨਾ, ਗੁਰੂਗ੍ਰਾਮ ਜਿੰਨਾ, ਇਹਨਾਂ ਰਾਜਸਥਾਨ ਦੇ ਕੁਛ ਏਰੀਆ ਉਹਨਾਂ ਅਜੇ ਵੀ ਨਹੀਂ ਹੈਗਾ। ਅਸੀਂ ਨਹੀਂ ਕਹਿੰਦੇ ਵੀ ਅਸੀਂ ਤਾਂ ਕਹਿੰਦੇ ਇੰਨਾ ਵੀ ਨਹੀਂ ਹੋਣਾ ਚਾਹੀਦਾ। 144 ਹੈ ਚੰਡੀਗੜ੍ਹ ਦਾ, ਮੋਹਾਲੀ ਦਾ, ਹਾਂਜੀ, ਉਹਨਾਂ ਨਾਲੋਂ ਅੱਧਾ ਕਈਆਂ ਥਾਂ ਤੇ 에ਅਰ ਕੁਆਲਿਟੀ। ਚਲੋ ਠੀਕ ਹੈ, ਸੋਢੀ ਸਾਹਿਬ ਕੁਝ ਕਹਿ ਰਹੇ ਨੇ। ਇਨਫੈਕਟ ਮੈਂ ਅੰਕੜੇ ਵੀ ਦਿਖਾ ਰਿਹਾ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਜਿਹੜੇ 2 ਨਵੰਬਰ ਤੱਕ ਦੇ ਅੰਕੜੇ ਨੇ ਉਹ ਦੱਸ ਰਹੇ ਹਾਂ ਅਸੀਂ। ਹਾਲਾਂਕਿ ਸੰਘੇੜਾ ਸਾਹਿਬ 2020 ਦੇ ਵਿੱਚ ਜ਼ਿਆਦਾ ਨੇ, 36765, 2022 ਦੇ ਵਿੱਚ 21000 ਹੈ, 2021 ਚ ਹਾਲਾਂਕਿ ਘੱਟ ਸੀ। ਸੋਢੀ ਜੀ ਕੁਝ ਕਹਿਣਾ ਚਾਹ ਰਹੇ ਸੀ ਤੁਸੀਂ? ਗੌਰਵ ਜੀ, ਮੈਂ ਇਹ ਕਹਿਣਾ ਚਾਹਣਾ ਹੈ ਕਿ ਜਿਹੜਾ ਪਰਾਲੀ ਦਾ ਮੁੱਦਾ ਬੜਾ ਸੰਵੇਦਨਸ਼ੀਲ ਮੁੱਦਾ ਹੈ। ਇਹ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਾ ਕੇ ਇਹ ਮੁੱਦਾ ਹੱਲ ਨਹੀਂ ਹੋਣ ਵਾਲਾ। ਠੀਕ ਹੈ, ਨਹੀਂ ਫਿਰ ਤੁਸੀਂ ਪੰਜਾਬ ਦੇ ਉੱਤੇ ਇਲਜ਼ਾਮ ਕਿਉਂ ਬੀਜੇਪੀ ਲਗਾ ਰਹੀ ਹੈ? ਮੇਰੀ ਗੱਲ ਇੱਕ ਦਿਨ ਦੇ ਵਿੱਚ 2 ਪ੍ਰੈਸ ਕਾਨਫਰੰਸਾਂ ਹੁੰਦੀਆਂ ਤੁਹਾਡੀਆਂ। ਪੰਜਾਬ ਕਾਂਗਰਸ ਅਲੱਗ ਕਰਦੀ ਹੈ, ਦਿੱਲੀ ਦੇ ਵਿੱਚ ਪੰਜਾਬ ਬੀਜੇਪੀ ਅਲੱਗ ਕਰਦੀ ਹੈ, ਦਿੱਲੀ 'ਚ ਬੀਜੇਪੀ ਅਲੱਗ ਕਰਦੀ ਹੈ। ਮੇਰੀ ਗੱਲ ਤਾਂ ਸੁਣੋ ਨਾ। ਮੇਰਾ ਕਹਿਣਾ ਇਹ ਹੈ ਕਿ ਜਦੋਂ ਹਰਿਆਣੇ ਦੇ ਵਿੱਚ ਵੀ ਝੋਨਾ ਹੁੰਦਾ ਹੈ, ਜੇ ਇਹ ਕਿਸਾਨ ਹਤੈਸ਼ੀ ਸਰਕਾਰ ਪੰਜਾਬ ਦੀ ਕਹਿੰਦੀ ਹੈ ਤਾਂ ਹਰਿਆਣੇ ਨੇ ਤਾਂ 8000 ਰੁਪਇਆ ਉਹਨਾਂ ਕਿਸਾਨਾਂ ਨੂੰ ਵੀ ਦਿੱਤਾ ਜਿਹੜਾ ਝੋਨਾ ਨਹੀਂ ਲਾਉਣਗੇ, ਇਸ ਖਾਤਰ ਕਿ ਪਰਾਲੀ ਦੀ ਜਿਹੜੀ ਸਮੱਸਿਆ ਨਾ ਆਵੇ। ਪੰਜਾਬ ਸਰਕਾਰ ਕਰ ਸਕਦੀ ਹੈ। ਦੂਜਾ, ਮੈਨੂੰ ਇਸ ਗੱਲ ਦੇ ਉੱਤੇ ਬੜੀ ਚਿੰਤਾ ਹੈ ਕਿ ਜਿਹੜੀ ਰਾਜਨੀਤੀ ਪਾਰਟੀ ਆਮ ਆਦਮੀ ਕਰ ਰਹੀ ਹੈ ਕਿ ਇਹਨਾਂ ਦੇ ਜਦੋਂ ਸਰਕਾਰ ਆਉਣ ਤੋਂ ਪਹਿਲਾਂ ਵੱਡੇ ਬੋਰਡ ਲੱਗੇ ਸੀ ਕਿ ਦਿੱਲੀ ਮਾਡਲ ਤੇ ਪਰਾਲੀ ਦਾ ਹੱਲ ਕਰਾਂਗੇ, ਡੀਕੰਪੋਜ਼ਰ ਕੈਪਸੂਲ ਦੇ ਨਾਲ ਪਰਾਲੀ ਹੈ ਜਿਹੜੀ ਉਹਨੂੰ ਜਲਾਉਣ ਦੀ ਲੋੜ ਨਹੀਂ ਪੈਣੀ। ਅੱਜ ਮੈਂ ਸੰਘੇੜਾ ਸਾਹਿਬ ਨੂੰ ਪੁੱਛਣਾ ਚਾਹੁੰਦਾ, ਕਿੱਥੇ ਆ ਡੀਕੰਪੋਜ਼ਰ, ਕਿੱਥੇ ਆ ਉਹ ਕੈਪਸੂਲ? ਤੁਸੀਂ ਕੱਲੀ ਰਾਜਨੀਤੀ ਕਰਦੇ ਹੋ, ਰਾਜਨੀਤੀ ਨਾ ਕਰੋ, ਤੁਸੀਂ ਇਹਦਾ ਹੱਲ ਲੱਭੋ। ਜਵਾਬ ਤੁਹਾਨੂੰ ਦੇਣਾ ਪੈਣਾ ਹੈ। ਨਹੀਂ, ਜਵਾਬ ਤੁਹਾਨੂੰ ਦੇਣਾ ਪੈਣਾ। ਜਿਹੜਾ ਪੈਸਾ ਤੁਸੀਂ ਤੁਹਾਡੇ ਕੋਲ ਸਵਾਲ ਲੈ ਕੇ ਆ ਰਹੇ ਸੰਘੇੜਾ ਸਾਹਿਬ, ਡੀਕੰਪੋਜ਼ਰ ਦੇ ਉੱਤੇ ਹਰ ਰੋਜ਼ ਦੀ ਚਰਚਾ ਦੇ ਵਿੱਚ ਇਹ ਗੱਲ ਹੁੰਦੀ ਹੈ। ਮੈਂ ਪਹਿਲਾਂ ਡੀਕੰਪੋਜ਼ਰ ਕਿੱਥੇ ਗਿਆ? ਮੈਂ ਡੀਕੰਪੋਜ਼ਰ ਪਹਿਲੀ ਗੱਲ ਤਾਂ ਜਿਹੜਾ ਹਰਿਆਣਾ ਦੀ ਇਹ ਗੱਲ ਕਰਦੇ ਆ, ਤੀਜਾ ਹਿੱਸਾ ਵੀ ਨਹੀਂ ਉੱਥੇ ਪੈਲੀ ਹੈਗੀ। ਅਗਲੇ ਪੁਆਇੰਟ ਤੇ ਆ ਰਹੇ ਹਾਂ ਤੁਹਾਡੇ ਕੋਲ। ਕੋਈ ਗੱਲ ਨਹੀਂ ਹੈ, ਕੁਝ ਨਹੀਂ ਹੈ। ਐਵੇਂ ਗਲਤ ਗੱਲ ਕਹੀ ਜਾਂਦੇ ਕਿ ਪੈਲੀ ਬਜਾਉਣ ਲਈ 8000 ਦਿੱਤਾ ਵੀ ਪੈਲੀ ਨਾ ਬੀਜੋ। ਤੀਜਾ ਹਿੱਸਾ ਤਾਂ ਹਰਿਆਣੇ 'ਚ ਪੈਲੀ ਹੁੰਦੀ ਹੈ। ਉੱਥੇ ਦੇ ਮੁੱਖ ਮੰਤਰੀ ਸਾਹਿਬ ਦਾਅਵੇ ਕਰ ਰਿਹਾ ਕਿ ਸਾਡੇ ਪੋਲੂਸ਼ਨ ਘੱਟ ਆ। ਅਸੀਂ ਡੇਟ ਨੇ ਦੱਸਤਾ। ਡੀਕੰਪੋਜ਼ਰ ਦੀ ਗੱਲ ਸੁਣੋ, ਦਿੱਲੀ ਦਾ ਤਾਂ ਪੈਡੀ ਦੇ ਵਿੱਚ ਉਸ ਹਿਸਾਬ ਨਾਲ ਕਿਤੇ ਹੈ ਹੀ ਨਹੀਂ ਇੰਨਾ ਜ਼ਿਆਦਾ, ਨਾ ਪੈਡੀ ਦਿੱਲੀ ਦੇ ਆਲੇ ਦੁਆਲੇ ਬਹੁਤ ਘੱਟ ਹੁੰਦੀ ਹੈ। ਔਰ ਉੱਥੇ ਡੀਕੰਪੋਜ਼ਰ ਜਿਹੜਾ ਉਹ ਅਸੀਂ ਤਿਆਰ ਕੀਤਾ, ਊਸਾ ਦਾ ਤਿਆਰ ਕੀਤਾ ਹੋਇਆ, ਅਸੀਂ ਉਹਨੂੰ ਉੱਥੇ ਵਰਤਿਆ ਆ, ਸਕਸੈਸਫੁਲ ਰਿਹਾ। ਔਰ ਪੰਜਾਬ ਦੇ ਵਿੱਚ ਵੀ 5000 ਏਕੜ ਦਾ ਪਾਇਲਟ ਪ੍ਰੋਜੈਕਟ ਚੱਲ ਰਿਹਾ ਇਸ ਵੇਲੇ। ਉਹਨੂੰ ਅਸੀਂ ਜਦੋਂ ਮੇਗਾ ਲੈਵਲ ਤੇ ਲਾਗੂ ਕਰਨਾ ਹੈ, ਮੈਂ ਪਹਿਲਾਂ ਹੀ ਕਹਿ ਚੁੱਕਾ। ਸੋਢੀ ਸਾਹਿਬ ਵਿੱਚ ਨਾ ਬੋਲੋ, ਸੋਢੀ ਸਾਹਿਬ ਵਿੱਚ ਨਾ ਬੋਲੋ। ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਪੰਜਾਬ ਦੀ ਇੱਕ ਤਾਂ ਪੈਡੀ ਸਭ ਤੋਂ ਵੱਧ ਇੰਡੀਆ ਦੇ ਵਿੱਚ, ਨੰਬਰ 2 ਤੇ ਉਹਦੀ ਰਹਿੰਦ ਖੂੰਹਦ ਵੀ ਉਸੇ ਹਿਸਾਬ ਨਾਲ ਹੀ। ਇਹ ਇੱਕ ਬਹੁਤ ਵੱਡਾ ਮਸਲਾ ਆ, ਮੇਗਾ ਪ੍ਰੋਜੈਕਟ ਹੈ। ਇਹ ਇਦਾਂ ਨਹੀਂ ਹੈ ਵੀ ਜਿਹੜੀ ਚੀਜ਼ ਦਿੱਲੀ ਸਕਸੈਸਫੁਲ ਹੋਈ ਆ ਇੱਕਦਮ ਹੀ ਇੱਥੇ ਹੋ ਜਾਊਗੀ। ਉਹਦੇ ਨਾਲ ਇੱਥੇ ਕਈ ਤਰ੍ਹਾਂ ਦੇ ਤਰੀਕਿਆਂ ਨਾਲ ਇਸ ਮਰਜ਼ ਨੂੰ ਠੀਕ ਕਰਨ ਲਈ ਕਰਨਾ ਪੈਣਾ। ਫੈਕਟਰੀਜ਼ ਲਗਾਉਣੀਆਂ ਪੈਣੀਆਂ, ਵੰਡੀ ਜਾਣੀ ਆ ਪਰਾਲੀ ਕਿ ਕਿੱਥੇ ਕਿੰਨੀ ਜਿਹੜੀ ਆ ਕਿਸ ਪਾਸੇ ਵਰਤੋਂ ਹੋਣੀ ਆ। ਮੈਂ AQ ਲੈਵਲ ਦੇ ਉੱਤੇ ਆਉਂਗਾ, ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ AQI, ਉਸ ਦੇ ਉੱਤੇ ਆਉਂਗਾ। ਪਰ ਪਹਿਲਾਂ ਸੋਢੀ ਸਾਹਿਬ ਇੱਕ ਛੋਟਾ ਜਿਹਾ ਰਿਐਕਸ਼ਨ ਤੁਹਾਡਾ, ਕੁਝ ਕਹਿ ਰਹੇ ਸੀ ਤੁਸੀਂ, ਕੰਪਲੀਟ ਕਰ ਲਓ। ਮੇਰਾ ਇਹ ਕਹਿਣਾ ਹੈ ਜੀ ਕਿ ਡੀਕੰਪੋਜ਼ਰ ਤੇ ਕੈਪਸੂਲ ਦਾ ਕਿਹੜੀ ਜਗ੍ਹਾ ਤੇ ਇਹਨਾਂ ਨੇ ਪ੍ਰੈਕਟੀਕਲ ਕੀਤਾ, ਸੰਘੇੜਾ ਸਾਹਿਬ ਦੱਸ ਦੇਣ। ਦੂਜੀ ਗੱਲ ਮੈਂ ਇਹ ਕਹੂੰਗਾ ਕਿ ਨਿਰੀ ਰਾਜਨੀਤੀ ਨਾ ਕਰੋ। ਜਿੰਨਾ ਪੈਸਾ ਤੁਸੀਂ ਐਡ ਦੇ ਉੱਪਰ ਖਰਚਿਆ ਸੰਘੇੜਾ ਸਾਹਿਬ, ਜੇ ਇੰਨਾ ਪੈਸਾ ਕਿਸਾਨਾਂ ਨੂੰ ਮਸ਼ੀਨਰੀ ਦੇ ਕਿਸਾਨਾਂ ਨੂੰ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਬੋਲੇ ਆ। ਹਾਂਜੀ, ਫਿਰ ਪ੍ਰਧਾਨ ਮੰਤਰੀ ਤੱਕ ਟਿੱਪਣੀਆਂ ਕਰ ਰਹੇ, ਅਸੀਂ ਬੋਲਣਾ ਹੀ ਆ। ਫਿਰ ਰਾਜਨੀਤੀ ਤੁਸੀਂ ਕਰ ਰਹੇ ਕਿ ਅਸੀਂ ਕਰ ਰਹੇ ਹਾਂ? ਹੁਣ ਦਿੱਲੀ ਦੀਆਂ ਐਗਜ਼ਾਮਪਲ ਲੈ ਕੇ ਆ ਰਹੇ ਹਾਂ, ਐਡ ਦੀ ਗੱਲ ਕਰ ਰਹੇ ਹਾਂ। ਅਸੀਂ ਝੂਠ ਨਹੀਂ ਬੋਲਿਆ ਕਿ ਅਸੀਂ ਤੁਹਾਨੂੰ 2 ਕੇਸ ਭੇਜੇ ਕਿ ਨਹੀਂ ਭੇਜੇ। ਅਸੀਂ ਝੂਠ ਨਹੀਂ ਬੋਲਿਆ। ਫਾਈਨੈਂਸ਼ੀਅਲ ਹੈਲਪ ਕਰਨ ਲਈ ਕਿਸਾਨਾਂ ਦੀ। ਨੰਬਰ 2 ਤੇ 5%, 95% ਕਿਸਾਨ ਮੂੰਗੀ ਚੱਕੀ ਫਿਰਦੇ ਨੇ।
ਅਸੀਂ ਤੁਹਾਡੇ ਤੋਂ ਕੋਈ ਝੂਠ ਨਹੀਂ ਬੋਲਿਆ। ਆ ਸਿਆਸਤ ਨਹੀਂ ਕਰ ਰਹੇ ਤੁਸੀਂ ਹੁਣ। ਪਹਿਲੀ ਵਾਰੀ ਕਿਸੇ ਸਰਕਾਰ ਨੇ ਐਮਐਸਪੀ ਅਨਾਉਂਸ ਕੀਤੀ ਆ, ਤੁਸੀਂ ਇਹ ਆંકੜੇ ਕਿਉਂ ਨਹੀਂ ਦੱਸਦੇ? ਕਿੰਨੇ ਲੱਖ ਕਿਸਾਨਾਂ ਨੂੰ ਮਿਲੀ ਆ, ਉਹ ਕਿੰਨਾ ਵੰਡਿਆ ਆ, ਔਰ ਉਸ ਤੋਂ ਬਾਅਦ ਜਿਹੜਾ ਗੈਪ ਆ ਉਹ ਵੀ ਪਾਸ ਕੀਤਾ ਹੈ, ਉਹ ਵੀ ਦੇ ਰਹੇ ਹਾਂ ਅਸੀਂ। ਨਹੀਂ ਤੁਸੀਂ ਉਹ ਆંકੜੇ ਕਿਉਂ ਨਹੀਂ ਦੱਸਦੇ? ਕਦੀ ਕਿਸੇ ਸੂਬਾ ਸਰਕਾਰ ਨੇ ਐਮਐਸਪੀ ਦਿੱਤੀ ਆ? ਹੁਣ ਇਹ ਤੋਂ ਕਮਿਸ਼ਨ ਵਾਲੀ ਗੱਲ ਤੋਂ ਪਾਸੇ ਕਿਉਂ ਜਾਂਦੇ ਹੋ? ਤੁਹਾਡੀ ਹੋ ਜਾਏ ਮਸਲਾ, ਤੁਸੀਂ ਬਿਲਕੁਲ ਨਹੀਂ ਹੈਲਪ ਕਰ ਰਹੇ। ਆਪਾਂ ਪੁਆਇੰਟ ਦੇ ਉੱਤੇ ਰਹੀਏ। ਰੋਜ਼ ਮੈਂ ਅਪੀਲ ਕਰਦਾ ਔਰ ਲੋਕਾਂ ਨੂੰ ਸਮਝ ਨਹੀਂ ਆਉਂਦੀ, ਫਿਰ ਬਹੁਤ ਸਾਰੇ ਦਰਸ਼ਕ ਸਾਨੂੰ ਵੀ ਮੈਸੇਜ ਜਾਂ ਫਿਰ ਕਾਲ ਦੇ ਜ਼ਰੀਏ ਕਹਿੰਦੇ ਨੇ ਕਿ ਜੋ ਚਰਚਾ ਹੋ ਰਹੀ ਸੀ ਉਹ ਗੱਲ ਕਲੀਅਰ ਨਹੀਂ। ਜਿਹਨਾਂ ਨੇ ਕੁਝ ਠੀਕ ਹੈ, ਥੋੜਾ ਹੋਲਡ ਕਰੋ। ਸੋਢੀ ਸਾਹਿਬ ਮੈਂ ਆ ਰਿਹਾ ਤੁਹਾਡੇ ਕੋਲ। ਕੰਮ ਤਾਂ ਅਖਬਾਰਾਂ 'ਚ ਇਸ਼ਤਿਹਾਰਾਂ 'ਚ ਬੋਲਦਾ ਹੈ, ਕਿਹੜਾ ਕੰਮ ਤੁਹਾਡੇ ਕੋਲ ਆ ਬੋਲਦਾ? ਰਿਹਾ ਮੈਂ ਤੁਹਾਡੇ ਕੋਲ ਆ ਰਿਹਾ। ਤੁਸੀਂ ਇੱਕ ਤਾਂ ਪੁਆਇੰਟ ਦੇ ਉੱਤੇ ਪਰ ਰਹੀਏ, ਸਾਰੇ ਮਹਿਮਾਨਾਂ ਨੂੰ ਅਪੀਲ ਹੈ। ਦੂਜਾ, ਪ੍ਰਦੂਸ਼ਣ ਬਹੁਤ ਥਾਵਾਂ ਦੇ ਉੱਤੇ, ਉਸ ਦੀ ਵੀ ਮੈਂ ਗੱਲ ਕਰੂੰਗਾ। ਪਹਿਲਾਂ ਮੈਂ ਰਵਨੀਤ ਜੀ ਦਾ ਰੁਖ ਕਰ ਲਵਾਂ। ਇਸ ਵਿਚਾਲੇ ਕੁਝ ਤਸਵੀਰਾਂ ਸਾਡੇ ਦਰਸ਼ਕ ਸਕਰੀਨ ਦੇ ਉੱਤੇ ਦੇਖ ਰਹੇ ਸੀ। ਬਰਨਾਲਾ ਦੇ ਵਿੱਚ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਇੱਕ ਵਾਰ ਫਿਰ ਤੋਂ ਕੋਈ ਸਮਝਾਉਣ ਜਾਂ ਫਿਰ ਕਾਰਵਾਈ ਕਰਨ ਦੇ ਲਈ ਪਹੁੰਚੇ ਸੀ ਅਧਿਕਾਰੀ, ਉਹਨਾਂ ਨੂੰ ਬੰਦਕ ਬਣਾ ਲਿਆ ਗਿਆ। ਇੱਕ ਦਿਨ ਪਹਿਲਾਂ ਵੀ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸੀ, ਜਿੱਥੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਬੰਦਕ ਬਣਾ ਲਿਆ ਗਿਆ ਸੀ। ਰਵਨੀਤ ਜੀ, ਦੇਖੋ, ਦੋ ਚੀਜ਼ਾਂ ਮੈਂ ਸਮਝਣੀਆਂ ਚਾਹੁੰਦਾ। ਇੱਕ ਤਾਂ ਇਹ ਜਿਹੜਾ ਵਤੀਰਾ ਇਸ ਸਮੇਂ ਹੋ ਰਿਹਾ ਹੈ, ਕਿਸਾਨ ਜਥੇਬੰਦੀਆਂ, ਕਿਸਾਨ ਆਗੂ ਕੀ ਕਹਿਣਗੇ ਇਸ ਦੇ ਉੱਪਰ, ਤੇ ਪੁਆਇੰਟ ਨੰਬਰ 2 ਕਿ ਕਿਸਾਨ ਆਪਣੇ ਲੈਵਲ ਦੇ ਉੱਤੇ, ਆਪਣੇ ਪੱਧਰ ਦੇ ਉੱਤੇ ਪਰਾਲੀ ਦੇ ਹੱਲ ਦੇ ਲਈ ਕੋਈ ਵੀ ਕਦਮ ਨਹੀਂ ਚੁੱਕ ਸਕਦੇ। ਬਹੁਤ ਸਾਰੀਆਂ ਇਸ ਸਮੇਂ ਸਟੋਰੀਜ਼, ਖਬਰਾਂ ਅਜਿਹੀਆਂ ਹੁੰਦੀਆਂ ਨੇ ਜਿੱਥੇ ਕੋਈ ਕਿਸਾਨ ਕਹਿੰਦਾ ਮੈਂ ਪਿਛਲੇ 15 ਸਾਲ ਤੋਂ ਜੀ ਪਰਾਲੀ ਨੂੰ ਅੱਗ ਨਹੀਂ ਲਗਾਈ, ਮੈਂ ਪਿਛਲੇ 4 ਸਾਲ ਤੋਂ ਅੱਗ ਨਹੀਂ ਲਗਾਈ। ਕਿ ਜੇ ਇੱਕ ਕਿਸਾਨ ਕੋਈ ਰੋਪੜ ਜਾਂ ਆਨੰਦਪੁਰ ਦੇ ਵਿੱਚ ਬੈਠਾ, ਆਨੰਦਪੁਰ ਸਾਹਿਬ ਦੇ ਵਿੱਚ ਬੈਠਾ ਪਰਾਲੀ ਨੂੰ ਬਿਨਾਂ ਸਾੜੇ ਆਪਣਾ ਅਗਲੀ ਫਸਲ ਬੀਜ ਰਿਹਾ, ਤਾਂ ਹੋਰ ਥਾਵਾਂ ਦੇ ਉੱਤੇ ਵੀ ਹੋ ਸਕਦਾ। ਉਹ ਕਿਉਂ ਨਹੀਂ ਹੋ ਸਕਦਾ? ਗੌਰਵ ਜੀ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਕਿਸਾਨ ਟਰਾਈ ਨਹੀਂ ਕਰ ਰਿਹਾ, ਕਿਸਾਨ 200% ਟਰਾਈ ਕਰ ਰਿਹਾ। ਕਿਸਾਨ ਨੇ ਹੈਪੀ ਸੀਡਰ ਲਿਆ, ਕਿਸਾਨ ਨੇ ਸੁਪਰ ਸੀਡਰ ਲਿਆ। ਕਿਸਾਨ ਕਿਉਂ ਇੰਨੇ ਪੈਸੇ ਇੰਪਲੀਮੈਂਟ ਤੇ ਲਾ ਰਿਹਾ? ਕਿਸਾਨ ਮਹਿੰਗਾ ਟਰੈਕਟਰ ਲੈ ਰਿਹਾ, ਸਾਰਾ ਕੁਝ ਹੋ ਰਿਹਾ। ਜੇ ਸਬਸਿਡੀ ਦੀਆਂ ਮਸ਼ੀਨਾਂ ਆ ਰਹੀਆਂ, ਜਾ ਰਹੀਆਂ, ਤਾਂ ਕਿਸਾਨ ਉਹਨਾਂ ਨੂੰ ਯੂਜ਼ ਕਰ ਰਿਹਾ। ਪਰ ਕਈ ਵਾਰੀ ਕਈ ਜਗ੍ਹਾ ਤੇ ਜਿਹੜੇ ਉਹਦੇ ਆਊਟਪੁੱਟ ਆਈ ਹੈ, ਜਿਹੜਾ ਰਿਜ਼ਲਟ ਆਇਆ, ਉਹ ਅਪ ਟੂ ਮਾਰਕ ਨਹੀਂ ਆਏ, ਜਿਹਦੇ ਕਰਕੇ ਕਿਸਾਨ ਨੂੰ ਸਟੈਪ ਬੈਕ ਕਰਨਾ ਪਿਆ। ਦੂਸਰੀ ਗੱਲ, ਜਿਹੜਾ ਮਾਰਜਨਲ ਫਾਰਮਰ ਹੈ, ਉਹ ਪੰਜਾਬ ਦੇ ਵਿੱਚ 85% ਹੈ ਤਕਰੀਬਨ। ਮਾਰਜਨਲ ਫਾਰਮਰ ਇਹ ਜਿਹੜੀਆਂ ਮਸ਼ੀਨਸ ਹੈ ਜਾਂ ਜਿਹੜੇ ਵੱਡੇ ਟਰੈਕਟਰ ਲੈਣੇ ਪੈਂਦੇ ਆ ਉਹਨਾਂ ਨਾਲ, ਉਹ ਅਫੋਰਡ ਨਹੀਂ ਕਰ ਪਾ ਰਿਹਾ। ਇਹੀ ਅਸੀਂ ਕਹਿੰਦੇ ਆ ਰਹੇ ਹਾਂ ਸਰਕਾਰ ਨੂੰ ਵੀ ਜਿਹੜੀਆਂ ਆਪਣੀਆਂ ਕੋਆਪਰੇਟਿਵ ਸੁਸਾਇਟੀ ਸੀਗੀਆਂ ਜਾਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਹੈ, ਜਿਵੇਂ ਹਰਿਆਣੇ ਦੇ ਵਿੱਚ ਬਹੁਤ ਵਧੀਆ, ਮੈਂ ਇਹ ਗੱਲ ਬੜੇ ਕਹਿੰਦੇ ਹੁੰਦੇ ਦੁਖੀ ਹਿਰਦੇ ਨਾਲ ਕਹਿ ਰਿਹਾ ਵੀ ਪੰਜਾਬ ਨਾਲੋਂ ਜਿਹੜੀਆਂ ਐਫਪੀਓਜ਼ ਹੈ ਉਹ ਹਰਿਆਣੇ ਦੇ ਵਿੱਚ ਚੰਗੀਆਂ ਹੈ। ਉਹਦੇ ਕਰਕੇ ਕਿਸਾਨ ਨੂੰ ਉਹਦੇ ਵਿੱਚੋਂ ਹੈਲਪ ਬੜੀ ਮਿਲਦੀ ਹੈ। ਕਿਸਾਨ ਉੱਥੇ ਇਕੱਠੇ ਹੋ ਕੇ ਸਾਰਾ ਕੁਝ ਕਰ ਰਹੇ ਆ। ਆਪਣੇ ਕੋਆਪਰੇਟਿਵ ਸੁਸਾਇਟੀਜ਼ ਫੇਲ ਹੋ ਚੁੱਕੀਆਂ, ਜਿਹੜੀਆਂ ਕਿ ਹੁਣ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਆਮ ਆਦਮੀ ਸਰਕਾਰ, ਜਿਹੜਾ ਇੱਕ ਪੋਜ਼ਿਟਿਵ ਸਾਈਨ ਹੈ, ਅਸੀਂ ਉਹਦਾ ਵੈਲਕਮ ਕਰਦੇ ਆ। ਤੇ ਦੂਸਰੀ ਗੱਲ, ਕਿਸਾਨ, ਪਹਿਲੀ ਗੱਲ ਤਾਂ ਕਿਸਾਨ ਦਾ ਸਭ ਤੋਂ ਪਹਿਲਾਂ ਕਿਸਾਨ ਦੇ ਘਰੇ ਧੂੰਆਂ ਆਉਂਦਾ ਤਾਂ ਕਿਸਾਨ ਕਿਉਂ ਨਾ ਚਿੰਤਤ ਹੋਊਗਾ? ਕਿਸਾਨ 200% ਚਿੰਤਤ ਹੈ। ਦੂਸਰੀ ਗੱਲ, ਕਿਸਾਨ ਕਦੇ ਵੀ ਨਹੀਂ ਚਾਹੁੰਦਾ ਵੀ ਉਹ ਜਿਹੜਾ ਅਫਸਰਾਂ ਨਾਲ ਜਾਂ ਉਹ ਜਿਹੜਾ ਕੋਈ ਸਰਕਾਰੀ ਬੰਦੇ ਆਉਂਦੇ ਆ ਉਹਨਾਂ ਨਾਲ ਕੋਈ ਬਹਿਸ ਕਰੇ ਜਾਂ ਉਹ ਕਰੇ, ਕਿਉਂਕਿ ਆਫਟਰ ਆਲ ਉਹ ਵੀ ਕਿਸਾਨ ਦੇ ਪੁੱਤਰ ਆ। ਨਹੀਂ, ਬੰਦਕ ਹੀ ਬਣਾ ਲੈਂਦੇ ਨੇ ਸਰ, ਬੰਦਕ ਹੀ ਬਣਾ ਲਿਆ ਗਿਆ। ਇਨਫੈਕਟ ਇੱਕ ਦਿਨ ਤਾਂ ਪਹਿਲਾਂ ਬੰਦਕ ਨਹੀਂ ਬਣਾਇਆ ਗਿਆ। ਨਹੀਂ ਜੀ, ਨਹੀਂ ਸਰ, ਇੱਕ ਦਿਨ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਵਾਂ ਜਿੱਥੇ ਉਹ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਡਰਾਈਵ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਗਏ। ਦੇਖੋ ਜੀ, ਉਹ ਜਗਸੀਰ ਸਿੰਘ ਸ਼ੀਨੇਵਾਲ ਆ, ਉਹ ਬਰਨਾਲਾ ਜਿਹੜੇ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਆ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ, ਉਹਨਾਂ ਨੇ ਜ਼ਰੂਰ ਉਹਦਾ ਵਿਰੋਧ ਕੀਤਾ। ਕਿਉਂਕਿ ਦੇਖੋ, ਇੱਕ ਜਦੋਂ ਕਿਸਾਨ ਦਾ ਕੋਈ ਹੱਲ ਹੀ ਨਹੀਂ ਦਿਖ ਰਿਹਾ, ਉੱਥੇ ਕੋਈ ਪਰਾਲੀ ਨੂੰ ਸਾੜਨ ਦਾ ਮੌਸਮ ਉਹੋ ਜਿਹਾ ਹੋਇਆ ਪਿਆ, ਪਰਾਲੀ ਵਿੱਚ ਵਾਹੁਣ ਲਈ ਬੜਾ ਔਖਾ ਹੋਇਆ ਪਿਆ ਸੀ। ਅੱਗੇ ਜਿਹੜੀ ਕਣਕ ਦੀ ਬਿਜਾਈ ਦੇ ਦਿਨ ਕਿੰਨੇ ਰਹਿ ਗਏ। ਦੂਸਰੀ ਗੱਲ ਗੌਰਵ ਜੀ, ਇੱਕ ਮੈਂ ਹੋਰ ਬੜੀ ਚਿੰਤਾ ਵਾਲੀ ਗੱਲ ਹੈ, ਉਹ ਬਹੁਤ ਉਜਾਗਰ ਕਰਿਓ। ਡੀਏਪੀ ਦੀ ਸ਼ਾਰਟੇਜ ਅੱਜ ਤੋਂ 1 ਮਹੀਨਾ ਪਹਿਲਾਂ ਨਹੀਂ ਸੀ। ਜਿਉਂ ਹੀ ਕਣਕ ਦੀ ਬਿਜਾਈ ਦਾ ਸੀਜ਼ਨ ਆਉਂਦਾ ਹੈ, ਡੀਏਪੀ ਦੀ ਸ਼ਾਰਟੇਜ ਹੋ ਜਾਂਦੀ ਹੈ। ਇਹਦਾ ਕੀ ਕਾਰਨ ਹੈ? ਕਿਉਂ ਕਿਸਾਨ ਨੂੰ ਹਮੇਸ਼ਾ ਪਰੇਸ਼ਾਨ ਕੀਤਾ ਜਾ ਰਿਹਾ? ਕਿਸਾਨ ਤਾਂ ਪਹਿਲਾਂ ਹੀ ਪਰੇਸ਼ਾਨ ਹੈ, ਅਧਿਕਾਰੀਆਂ ਨੇ ਜਾਂ ਹੋਰ ਕਿਸੇ ਨੇ। ਸੋ ਸੰਘੇੜਾ ਸਾਹਿਬ, ਪਲੀਜ਼ ਇਸ ਗੱਲ ਤੇ ਜ਼ਰੂਰ ਚਿੰਤਾ ਜ਼ਾਹਰ ਕਰਿਓ, ਇਸ ਗੱਲ ਨੂੰ ਸੋਚਿਓ ਵੀ ਡੀਏਪੀ ਕਿਵੇਂ ਪੂਰੀ ਹੋ ਸਕਦੀ ਹੈ ਕਿਸਾਨ ਤੱਕ। ਠੀਕ ਹੈ ਸੰਘੇੜਾ ਸਾਹਿਬ, ਇਹਦੇ ਉੱਪਰ ਇੱਕ ਛੋਟਾ ਜਿਹਾ ਰਿਐਕਸ਼ਨ ਦੇ ਦਿਓ। ਮੈਂ ਅਗਲੇ ਡੀਏਪੀ ਦੀ ਮੈਨੂੰ 1-2 ਫੋਨ ਹੋਰ ਵੀ ਆਏ ਆ ਬਰਾੜ ਸਾਹਿਬ, ਇਸ ਗੱਲ ਦਾ ਸਰਕਾਰ ਪੂਰਾ ਇਮੀਡੀਏਟਲੀ ਕੁਛ ਨਾ ਕੁਛ ਕਰਾਂਗੇ, ਜੋ ਵੀ ਕਿੱਥੇ ਕੋਈ ਨੁਕਸ ਰਹਿ ਗਿਆ ਜਾਂ ਕਿੱਦਾਂ, ਨਹੀਂ ਤਾਂ ਡੀਏਪੀ ਦਾ ਪੂਰਾ ਸਾਰਾ ਕੁਝ ਇੰਤਜ਼ਾਮ ਠੀਕ ਸੀਗਾ। ਸੋ ਇਹਦੇ ਬਾਰੇ ਅਸੀਂ ਕਾਰਵਾਈ ਕਰਾਂਗੇ। ਬਾਕੀ ਗੌਰਵ ਜੀ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਇੱਕ ਬਹੁਤ ਵੱਡਾ ਆਪਰੇਸ਼ਨ ਆ। ਕੇਂਦਰ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਤੇ ਕਿਸਾਨਾਂ ਨੂੰ ਰਲ ਕੇ ਸਾਰਿਆਂ ਨੂੰ ਇਹ ਵੱਡੇ ਪੱਧਰ ਤੇ ਕਰਨਾ ਪੈਣਾ ਹੈ। ਜਿਹੜੀਆਂ ਬਰਾੜ ਸਾਹਿਬ ਨੇ ਦੱਸੀਆਂ ਵੀ ਕੁਝ ਮੁਸ਼ਕਲਾਂ ਆਈਆਂ, ਆਊਟਪੁੱਟ ਜਾਂ ਉਹਦੀ ਐਫੀਸ਼ੀਐਂਸੀ ਉਸ ਹਿਸਾਬ ਨਾਲ ਨਹੀਂ ਸੀਗੀ, ਉਹ ਵੀ ਸਾਨੂੰ ਕੁਝ ਵਾਪਸ ਆਈਆਂ ਆ, ਇਸ ਤਰ੍ਹਾਂ ਦੀਆਂ ਗੱਲਾਂ ਵੀ। ਔਰ ਕੋਆਪਰੇਸ਼ਨ ਦਾ ਵੀ ਮੈਂ ਚਲੋ ਕਿਸੇ ਤੇ ਇਲਜ਼ਾਮਬਾਜ਼ੀ ਨਹੀਂ ਕਰਦਾ,
ਕੋਆਪਰੇਟਿਵ ਸੋਸਾਇਟੀ ਜਿਹੜੀਆਂ ਵਧੇਰੇ ਸਰਕਾਰੀ ਦਖਲ ਕਾਰਨ ਪੰਜਾਬ ਵਿੱਚ ਕੋਆਪਰੇਸ਼ਨ ਮੂਵਮੈਂਟ ਕਾਫੀ ਹੱਦ ਤੱਕ ਖਰਾਬ ਹੋਈ ਆ, ਉਹਨੂੰ ਵੀ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਹ ਕਿਉਂਕਿ ਛੋਟੇ ਤੇ ਮਾਰਜਨਲ ਕਿਸਾਨ ਨੇ ਜਿਹੜੇ, ਈਵਨ ਮੀਡੀਅਮ ਕਿਸਾਨ ਵੀ ਵੱਡੀਆਂ ਮਸ਼ੀਨਾਂ ਨਹੀਂ ਅਫੋਰਡ ਕਰ ਸਕਦੇ, ਉਹਨਾਂ ਰਾਹੀਂ ਇਸ ਗੱਲ ਦਾ ਹੱਲ ਹੋਏਗਾ। ਸੋ ਅਗਲੇ ਸਾਲ ਨੈਕਸਟ ਜਿਹੜਾ ਸੈਕੰਡ ਸੀਜ਼ਨ ਹੋਏਗਾ, ਰਿਮਾਰਕੇਬਲ ਪ੍ਰੋਗਰੈਸ ਹੋਏਗੀ ਇਸ ਮਸਲੇ ਦੇ ਵਿੱਚ, ਔਰ ਅਸੀਂ ਛੇਤੀ, ਉਹ ਦਿਨ ਦੂਰ ਨਹੀਂ ਹੈ ਜਦੋਂ ਪਰਾਲੀ ਦੀ ਸਮੱਸਿਆ ਪੰਜਾਬ ਦੇ ਵਿੱਚੋਂ ਖਤਮ ਕਰ ਦਾਂਗੇ, ਚਾਹੇ ਅਸੀਂ ਡਾਇਵਰਸਿਫਿਕੇਸ਼ਨ ਕਰਕੇ ਪੈਡੀ ਅੱਧ ਪਚੱਦੀ ਘਟਾਈਏ ਤੇ ਉਹਦੇ ਨਾਲ ਬਾਕੀ ਜਿਹੜੇ ਉਹਨੂੰ ਸੰਭਾਲਣ ਦਾ ਪ੍ਰੋਗਰਾਮ ਲਾਈਏ। ਸੈਂਟਰ ਦੀ ਮਦਦ ਚਾਹੀਦੀ ਹੋਏਗੀ ਸਰ। ਦੇਖੋ ਸੈਂਟਰ ਤੇ ਅਸੀਂ ਨਹੀਂ, ਫਿਰ ਉਹ ਨਾ ਹੋਵੇ ਕਿ ਅਗਲੇ ਸਾਲ ਫੇਰ ਆਪਾਂ ਚਰਚਾ ਕਰ ਰਹੇ ਹੋਈਏ ਤੁਸੀਂ ਗੌਰਵ ਜੀ ਇਸ ਗੱਲ ਮਦਦ ਨਹੀਂ ਨਹੀਂ, ਇਸ ਗੱਲ ਦੀ ਨਹੀਂ ਗੱਲ ਹੈਗੀ, ਐਤਕੀ ਸਾਨੂੰ ਟਾਈਮ ਹੀ ਨਹੀਂ ਮਿਲਿਆ ਨਾ। ਅਸੀਂ ਦੇਖੋ ਸਰਕਾਰ ਬਣਨ ਤੋਂ ਬਾਅਦ 6-7 ਮਹੀਨੇ ਹੋਏ ਆ ਸਾਰੇ ਅਜੇ। ਸੋ ਇਹ ਪਹਿਲਾ ਸੀਜ਼ਨ ਸੀਗਾ ਸਾਡਾ, ਪ੍ਰੈਕਟੀਕਲੀ ਅਸੀਂ ਕਰਕੇ ਦੇਖਿਆ, ਅਸੀਂ ਵੱਡੇ ਪੱਧਰ ਤੇ ਸਾਨੂੰ ਆਸ ਸੀਗੀ ਕੇਂਦਰ ਤੋਂ ਹੋਰ ਕਰਨਗੇ, ਮਸ਼ੀਨਾਂ ਵਾਲੇ ਪਾਸੇ ਅਸੀਂ ਕੀਤਾ। ਤੁਹਾਨੂੰ ਲੱਗਦਾ ਕਿ 3 ਗੁਣਾ ਵੱਧ ਮਸ਼ੀਨਾਂ ਵੰਡੀਆਂ ਸੀ। ਸਖਤੀ ਕਰਕੇ ਨਹੀਂ ਹਟਾਇਆ ਜਾ ਸਕਦਾ? ਨਹੀਂ, ਸਖਤੀ ਕਰਨ ਦੀ ਤੁੱਕ ਨਹੀਂ ਨਾ ਬਣਦੀ। ਨਹੀਂ, ਸਮੇਂ ਦੀਆਂ ਸਰਕਾਰਾਂ ਕਰਦੀਆਂ ਰਹੀਆਂ। ਨਹੀਂ, ਉਹ ਫਿਰ ਕਰਦੀਆਂ ਸੀ ਤਾਂ ਉਹਦਾ ਕੋਈ ਰਿਜ਼ਲਟ ਥੋੜੀ ਨਿਕਲਦਾ ਸੀਗਾ ਜਦੋਂ ਕਿਸੇ ਦਾ ਕਸੂਰ ਹੀ ਨਹੀਂ ਹੈਗਾ। ਰਵਨੀਤ ਬਰਾੜ ਸਾਹਿਬ ਨੇ ਮੈਨੂੰ ਆ ਸੁਪਰੀਮ ਕੋਰਟ ਵਾਲੀ ਜਿਹੜੀ ਅਦਾਲਤ ਵਾਲੀ ਰੂਲਿੰਗ ਦਾ ਨਹੀਂ ਸੀ ਪਤਾ, ਮੈਂ ਨਹੀਂ ਧਿਆਨ ਸੀਗਾ, ਬਟ ਅਦਰਵਾਈਜ਼ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕਿਸਾਨ ਸਾਰੇ ਹੀ ਤਾਂ ਆਪਾਂ ਕਹਿੰਦੇ ਆ, ਜੋ ਬਰਾੜ ਸਾਹਿਬ ਕਹਿੰਦੇ ਆ ਕਿ ਪਹਿਲਾਂ ਧੂਆਂ ਕਿਸਾਨ ਦੇ ਫਾਰਮ ਹਾਊਸ ਤੇ ਜਾਂ ਪਿੰਡਾਂ 'ਚ ਜਾਂਦਾ ਆ, ਸ਼ਹਿਰਾਂ ਵੱਲੋਂ ਫੇਰ ਆਉਂਦਾ ਆ, ਉਸ ਤੋਂ ਅੱਗੇ ਫਿਰ ਜਿੱਥੇ ਕਿਤੇ ਜਾਂਦਾ ਹੋਊਗਾ ਉਹ ਜਾਂਦਾ ਹੋਊਗਾ। ਸੋ ਇਹ 'ਚ ਕੋਈ ਨਹੀਂ ਕਿਸਾਨ ਚਾਹੁੰਦਾ ਵੀ ਅੱਗ ਲਾਈ ਜਾਵੇ। ਕਿਸਾਨ ਨੂੰ ਸਾਡੇ ਨਾਲੋਂ ਵੱਧ ਪਤਾ ਆ ਕਿ ਮਿੱਤਰ ਕੀੜੇ ਵੀ ਮਰਦੇ ਆ, ਜ਼ਮੀਨ ਦੀ ਫਰਟੀਲਿਟੀ ਵੀ ਖਰਾਬ ਹੁੰਦੀ ਹੈ, ਪਰ ਇਸ ਤੋਂ ਬਿਨਾਂ ਹੱਲ ਕੋਈ ਨਹੀਂ ਹੈਗਾ। ਜਿਹੜੀ ਸੰਭਾਲੀ ਜਾਂਦੀ ਹੈ, ਸੰਭਾਲੀ ਵੀ ਬਹੁਤ ਜਾਂਦੀ ਆ, ਬੇਲਸ ਬਣਦੀਆਂ ਆ, ਲੋਕ 20-20 ਰੁਪਏ ਦੀ, 25-25, 30-30 ਰੁਪਏ ਦੀ ਵਿਕਦੀ ਆ, ਜਿੱਥੇ ਕਿਤੇ ਟਰਮਸ ਆਫ ਟ੍ਰੇਡ ਦੇ ਹਿਸਾਬ ਨਾਲ, ਇਕਨੋਮੀ ਦੇ ਹਿਸਾਬ ਨਾਲ ਉੱਥੋਂ ਇਕੱਠੇ ਕਰਕੇ ਬੇਲਸ ਬਣਾ ਕੇ ਨੇੜੇ ਤੇੜੇ ਫੈਕਟਰੀ ਹੈਗੀ ਆ, ਉੱਥੇ ਘੱਟ ਅੱਗਾਂ ਲੱਗਦੀਆਂ। ਮੈਂ ਫੈਕਟਰੀ ਵਾਲੀ ਗੱਲ ਦੇ ਉੱਤੇ ਆਵਾਂਗਾ, ਪਰ ਪਹਿਲਾਂ ਸੋਢੀ ਸਾਹਿਬ ਦਾ ਰੁਖ ਕਰਨਾ। ਸੋਢੀ ਸਾਹਿਬ, ਮੁੱਖ ਮੰਤਰੀ ਇਹ ਵੀ ਇਲਜ਼ਾਮ ਲਗਾਉਂਦੇ ਨੇ, ਕਹਿੰਦੇ ਕਿ ਧੂਆਂ ਦਿਖਦਾ ਹੈ, ਧੂਏ ਨੂੰ ਲੈ ਕੇ ਬਿਆਨਬਾਜ਼ੀ ਬਹੁਤ ਕਰਦੇ ਆ ਬੀਜੇਪੀ ਵਾਲੇ ਜਾਂ ਸੈਂਟਰ ਵਾਲੇ, ਕੇਂਦਰ ਦੀ ਸਰਕਾਰ ਦੇ ਨੁਮਾਇੰਦੇ, ਪਰ ਕਹਿੰਦੇ ਪੈਸਾ ਧੇਲਾ ਕੋਈ ਨਹੀਂ ਖਰਚਦੇ, ਕਿ ਦਵੋ ਸਾਨੂੰ ਪੈਸੇ, ਅਸੀਂ ਕਰੀਏ ਕੋਈ ਅਜਿਹਾ ਕੰਮ ਜਿਸ ਦੇ ਨਾਲ ਪਰਾਲੀ ਨੂੰ ਸੰਭਾਲਿਆ ਜਾ ਸਕੇ। ਲਗਾਤਾਰ ਮੰਗ ਹੋ ਰਹੀ ਹੈ ਕਿ ਬੋਨਸ ਦੇ ਉੱਤੇ ਗੱਲ ਕਰੋ ਨਾ, ਕਿ ਜੇ ਪ੍ਰਤੀ ਕੁਇੰਟਲ ਬੋਨਸ 100-200 ਰੁਪਏ ਦੇ ਦਿੱਤਾ ਜਾਵੇ ਤਾਂ ਗੱਲ ਬਣ ਗਈ, ਫਿਰ ਕਿਸਾਨ ਕਿਉਂ ਸਾੜਨਗੇ ਪਰਾਲੀ? ਦੇਖੋ ਗੌਰਵ ਜੀ, ਗੱਲ ਇਸ ਤਰ੍ਹਾਂ ਹੈ ਕਿ ਕੇਂਦਰ ਸਰਕਾਰ ਨੇ ਸਾਰੇ ਰਾਜਾਂ ਦੇ ਵਿੱਚ ਵੰਡ ਕਰਨੀ ਹੁੰਦੀ ਹੈ, ਸਾਰੇ ਰਾਜਾਂ ਨੂੰ ਅਲੱਗ-ਅਲੱਗ ਫੰਡ ਭੇਜਣੇ ਹੁੰਦੇ ਨੇ। ਜਿਸ ਤਰ੍ਹਾਂ ਸੰਘੇੜਾ ਸਾਹਿਬ ਹੁਣ ਉਸ ਗੱਲ ਤੇ ਆਏ ਨੇ, ਮੈਂ ਇਹਨਾਂ ਦੀ ਗੱਲ ਦਾ ਧੰਨਵਾਦ ਵੀ ਕਰਦਾ। ਲੋੜ ਕੀ ਹੈ? ਲੋੜ ਤਾਂ ਇਹ ਹੈ ਕਿ ਇਸ ਮਸਲੇ ਨੂੰ ਕਿਵੇਂ ਨਜਿੱਠਿਆ ਜਾਵੇ। ਪਹਿਲੀ ਗੱਲ, ਜਿਵੇਂ ਰਵਨੀਤ ਬਰਾੜ ਜੀ ਨੇ ਕੀਤੀ ਹੈ, ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਵੱਡੇ ਕਿਸਾਨ ਜਿਹੜੇ 50% ਤੇ ਸਬਸਿਡੀ ਤੇ ਇਹ ਮਸ਼ੀਨਰੀ ਲੈ ਲੈਂਦੇ ਨੇ, ਉਹਨਾਂ ਦੀ ਅਪਰੋਚ ਹੁੰਦੀ ਹੈ, ਲੇਕਿਨ ਜੋ ਬਾਕੀ ਜਿਹੜੀ ਰਕਮ ਬਚਦੀ ਹੈ, ਜਿਹੜੀ ਕਿ 80% ਸਬਸਿਡੀ ਤੇ ਸੁਸਾਇਟੀਆਂ ਨੂੰ ਤੇ ਪੰਚਾਇਤਾਂ ਨੂੰ ਇਹ ਮਸ਼ੀਨਰੀ ਵਾਸਤੇ ਦਿੱਤੀ ਜਾਂਦੀ ਹੈ ਸਬਸਿਡੀ, ਲੋੜ ਤਾਂ ਉਹਨੂੰ ਮਜ਼ਬੂਤ ਕਰਨ ਦੀ ਹੈ। ਮੈਂ ਸੰਘੇੜਾ ਸਾਹਿਬ ਨੂੰ ਬੇਨਤੀ ਕਰਦਾ ਕਿ ਲੋਕਾਂ ਨੇ ਤੁਹਾਨੂੰ ਬਹੁਤ ਵੱਡਾ ਫਤਵਾ ਦਿੱਤਾ ਹੈ, ਇਲਜ਼ਾਮ ਲਾ ਕੇ ਜਾਂ ਝੂਠ ਬੋਲ ਕੇ ਸਰਕਾਰਾਂ ਨਹੀਂ ਚੱਲਦੀਆਂ ਹੁੰਦੀਆਂ, ਕਿਉਂਕਿ ਸਰਕਾਰਾਂ ਹਮੇਸ਼ਾ ਚੱਲਦੀਆਂ ਸਾਰਥਕ ਸੋਚ ਦੇ ਨਾਲ। ਜਿਹੜੀ ਤੁਸੀਂ ਫੈਕਟਰੀਆਂ ਦੀ ਗੱਲ ਕਰਦੇ ਹੋ, ਅੱਜ ਉਸੇ ਫੈਕਟਰੀ ਕੋਲੇ ਜਿਹੜਾ ਮੁੱਖ ਮੰਤਰੀ ਜੀ ਨੇ ਉਦਘਾਟਨ ਕੀਤਾ ਹੈ, ਉਸ ਤੋਂ 2 ਕਿਲੋਮੀਟਰ ਨਾਲ ਅੱਗ ਲੱਗੀ ਹੋਈ ਸੀ, ਤੁਹਾਡੇ ਚੈਨਲ ਨੇ ਵਿਖਾਇਆ, ਔਰ ਸਭ ਤੋਂ ਵੱਧ ਸੰਗਰੂਰ 'ਚ ਲੱਗੀ ਹੋਈ ਸੀ। ਇਹ ਗੱਲ ਮੈਨੂੰ ਕਿਉਂ ਕਹਿਣੀ ਪੈਂਦੀ ਹੈ? ਮੈਨੂੰ ਇਸ ਕਰਕੇ ਕਹਿਣੀ ਪੈਂਦੀ ਹੈ ਕਿ ਨਾਲੇ ਦਾ ਅਸੀਂ ਕੇਂਦਰ ਤੋਂ ਸਭ ਕੁਝ ਲੈ ਰਹੇ ਹਾਂ, ਕੇਂਦਰ ਨੇ ਕੋਈ ਜਵਾਬ ਨਹੀਂ ਦਿੱਤਾ, ਨਾਲੇ ਅਸੀਂ ਕੇਂਦਰ ਤੇ ਇਲਜ਼ਾਮ ਲਾ ਰਹੇ ਹਾਂ। ਸੀਐਮ ਸਾਹਿਬ ਨੇ ਕਿਹਾ ਅੱਜ ਆਪਣੇ ਬਿਆਨ 'ਚ ਕਿ ਕੇਂਦਰ ਐਮਐਸਪੀ ਨਹੀਂ ਦਿੰਦਾ ਜੀ। ਤੁਸੀਂ ਮੈਨੂੰ ਐਂ ਦੱਸੋ, ਜਿਹੜੀਆਂ ਫਸਲਾਂ ਤੇ ਕੇਂਦਰ ਕਣਕ ਤੇ ਝੋਨਾ ਤੁਸੀਂ ਵੇਚਿਆ, ਪਹਿਲਾਂ ਕਣਕ ਵਿਕਾਈ ਆ, ਹੁਣ ਝੋਨਾ ਵੇਚ ਰਹੇ ਹੋ, ਕੀ ਤੁਹਾਨੂੰ ਕੋਈ ਕੈਸ਼ ਕ੍ਰੈਡਿਟ ਲਿਮਟ ਆਈ ਨਹੀਂ? ਕਿੱਥੇ ਸਰਕਾਰ ਨੇ ਤੁਹਾਡੇ ਪਿੱਛੇ ਹੱਥ ਖਿੱਚਿਆ? ਨਹੀਂ, ਪੰਜਾਬ ਦੇ ਵਿੱਚ ਉਹੀ ਗੱਲ ਹੋ ਗਈ ਨਾ। ਨਹੀਂ ਸਾਹਿਬ, ਪਰਾਲੀ ਦੇ ਉੱਤੇ ਤੁਹਾਨੂੰ ਸੰਗਰੂਰ ਨੂੰ ਬਾਰ-ਬਾਰ, ਗੌਰਵ ਜੀ ਇਹ ਸੰਗਰੂਰ ਨੂੰ ਬਾਰ-ਬਾਰ ਹਾਈਲਾਈਟ ਕਰ ਰਹੇ ਆ। ਤੁਹਾਨੂੰ ਪਤਾ ਵੀ ਸੰਗਰੂਰ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨਾਲੋਂ ਸਭ ਤੋਂ ਵੱਧ ਪੈਡੀ ਪ੍ਰੋਡਕਸ਼ਨ ਉੱਥੇ ਆ, ਰੈਕਡ ਪੈਡੀ ਪ੍ਰੋਡਕਸ਼ਨ ਹਰ ਸਾਲ ਹੁੰਦੀ ਆ, ਉਨੀ ਰਹਿੰਦ ਖੂੰਹਦ ਵੀ ਜ਼ਿਆਦਾ ਹੋਣੀ ਆ। ਤੁਸੀਂ ਐਵੇਂ ਸੰਗਰੂਰ ਨੂੰ ਹਾਈਲਾਈਟ ਕਰੀ ਜਾਂਦੇ ਹੋ, ਔਰ ਨਾਲੇ ਤੁਸੀਂ ਕਿੱਦਾਂ ਹਰ ਐਮਐਸਪੀ ਲਈ ਹਰ ਵਾਰ ਪੈਸੇ ਆਉਂਦੇ ਆ, ਕੇਂਦਰ ਸਰਕਾਰ ਦੀ ਲੋੜ ਹੈ ਉਹ। ਇਹ ਤਾਂ ਤੁਸੀਂ ਹੁਣ ਕਿਸਾਨਾਂ ਤੇ ਸੂਬਿਆਂ ਤੇ ਆਸਾਨ ਕਰਨ ਲੱਗ ਗਏ ਆ ਕਿ ਅਸੀਂ ਐਮਐਸਪੀ ਦੇ ਰਹੇ ਹਾਂ, ਮਿਨੀਮਮ ਸਪੋਰਟ ਪ੍ਰਾਈਸ ਦੇ ਰਹੇ ਹਾਂ ਨਾ, ਕੋਈ ਕੁਝ ਨਹੀਂ ਰਹਿੰਦੇ, ਕੁਝ ਨਹੀਂ ਕਰਦਾ, ਡਰਾਮੇਬਾਜ਼ੀ ਕਰਕੇ ਸਰਕਾਰ ਨਹੀਂ ਚੱਲਦੀ। ਤੁਸੀਂ ਥੋੜੇ ਬਹੁਤ ਪੈਸੇ ਦੇ ਕਰਕੇ ਪਲੀਜ਼ ਕਿਸਾਨਾਂ ਨੂੰ, ਜੇ ਕੈਸ਼ ਪੈਸੇ ਜਾਣਗੇ ਉਹਦੇ ਨਾਲ ਸੰਭਾਲਣਗੇ, ਜਿਹੜੇ ਰਹਿ ਗਏ ਕਮਜ਼ੋਰ। ਠੀਕ ਹੈ ਸੰਘੇੜਾ ਸਾਹਿਬ ਜੀ, ਤੁਹਾਡੀ ਕੰਪਲੀਟ ਕਰੋ 20 ਸੈਕਿੰਡ ਸਰ। ਮੈਂ ਇਸ ਗੱਲ ਤੇ ਕੰਪਲੀਟ ਕਰਦਾ ਜੀ
ਪਹਿਲੀ ਗੱਲ ਤਾਂ ਜਿਹੜੀ ਇਹਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ, ਝੋਨਾ ਮੰਡੀਆਂ 'ਚ ਆ ਗਿਆ, ਹਜੇ ਤੱਕ ਪੈਸੇ ਨਹੀਂ ਆਏ ਖਾਤਿਆਂ 'ਚ। ਫਿਰ ਦੂਜੀ ਗੱਲ, ਇਹਨਾਂ ਨੇ 2500 ਰੁਪਏ ਪਰਾਲੀ ਦੀ ਕੀਤੀ, ਕੇਂਦਰ ਨੂੰ ਪੁੱਛ ਕੇ ਕੀਤੀ ਸੀ। ਕੀ ਕੇਂਦਰ ਨਾਲ ਰਹਿ ਕੀਤੀ ਸੀ? ਤੁਸੀਂ ਚੋਣ ਮੈਨੀਫੈਸਟੋ ਦੇ ਵਿੱਚ ਰਹਿ ਕਰਦੇ ਹੋ। ਤੇ ਜੇ ਫਿਰ ਕੇਂਦਰ ਨਹੀਂ ਦੇਣਾ, ਚਲੋ ਸਪੋਜ਼ ਕਰ ਲਓ ਤੁਸੀਂ ਰਾਜਨੀਤੀ ਕਰਦੇ ਹੋ, ਤੇ ਫਿਰ ਤੁਸੀਂ ਕੇਂਦਰ ਨੂੰ ਪੁੱਛ ਕੇ ਗੱਲ ਕਰੋ ਨਾ ਵੀ ਅਸੀਂ 1500 ਦੇਵਾਂਗੇ, ਤੁਸੀਂ 1000 ਦੇ ਦਿਓ, ਜਾਂ ਤੁਸੀਂ 1500 ਤੇ ਅਸੀਂ 1000 ਦੇ ਦਾਂਗੇ। ਕੇਂਦਰ ਮੈਨੂੰ ਐਂ ਤਾਂ ਦੱਸੋ, ਕੇਂਦਰ ਨੇ ਕਿੱਥੇ ਹੱਥ ਖਿੱਚਿਆ ਪਿੱਛੇ ਕਿਸਾਨਾਂ ਨੂੰ ਪੰਜਾਬ ਦੇ ਨਾਲ? ਕੀ ਨਿਆਂ ਸਾਹਿਬ ਗੱਲ ਸੁਣੋ, ਕਹਿੰਦੇ 1500 ਨਹੀਂ ਦਿੱਤਾ ਤੁਸੀਂ। ਸੋਢੀ ਸਾਹਿਬ 15 ਸਾਲ ਦਿੱਤਾ। ਕਦੀ ਪ੍ਰੋਜੈਕਟ ਇਦਾਂ ਬਣਦੇ ਹੁੰਦੇ ਆ, ਤੁਸੀਂ ਜੇ 1500 ਨਹੀਂ ਸੀ ਦੇਣਾ, 1000 ਦੇ ਦਿੰਦੇ, 900 ਦੇ ਦਿੰਦੇ, ਕੁਛ ਤਾਂ ਦਿੰਦੇ। ਤੁਸੀਂ ਤਾਂ ਪ੍ਰੋਜੈਕਟ ਚੱਕ ਕੇ ਮਾਰਿਆ, ਜੋ ਅਸੀਂ ਸਕੀਮ ਬਣਾ ਕੇ ਭੇਜੀ ਸੀ। ਇਦਾਂ ਹੀ ਪ੍ਰਪੋਜ਼ਲਸ ਬਣਦੀਆਂ ਹੁੰਦੀਆਂ, ਰਹਿ ਕਰਕੇ ਤੁਸੀਂ ਬਹੁਤ ਸਾਡੇ ਰਹਿ ਕਰਦੇ ਹੋ। ਐਂਟੀ ਪੰਜਾਬ 60-40 ਦਾ ਰੇਸ਼ੋ ਹੀ ਕਰ ਲੈਣਾ ਸੀ। 60-40 ਦਾ ਰੇਸ਼ੋ ਵੀ ਹੋ ਸਕਦਾ ਸੀ ਕਿ 1200 ਸੈਂਟਰ ਪਾ ਦੇ, 800 ਪੰਜਾਬ ਸਰਕਾਰ ਪਾ ਦੇ। ਬਾਕੀ ਚੀਜ਼ਾਂ 'ਚ ਹੁੰਦਾ ਜਿਹਨੂੰ ਸੈਂਟਰ ਪ੍ਰਮੋਟ ਕਰਨਾ ਚਾਹੁੰਦਾ ਆ, ਇਹ ਤਾਂ ਇੱਕ ਨਹੀਂ, ਚਲੋ ਇਹ ਚੱਲਿਆ ਆ ਰਿਹਾ ਹੈ ਕਿ ਉਸ ਹਿਸਾਬ ਨਾਲ ਗੱਲ ਤਾਂ ਤੁਰਦੀ ਨਾ, ਗੱਲ ਵੀ ਨਹੀਂ ਤੁਰੀ। ਗੌਰਵ ਜੀ ਜਿਹੜੀ ਗੱਲ ਤਾਂ ਆਪ ਫੇਰ ਥੋੜੇ ਉਹ ਤਾਂ ਤੇ ਸਿੱਟ ਦਿੰਦੇ ਆ, ਉਹ ਤਾਂ ਕੇਂਦਰ ਤੇ ਸਿੱਟ ਦਿੰਦੇ ਆ। ਕੇਂਦਰ ਨੇ ਐਂ ਕਰਤਾ, ਮੈਂ ਵਿਚਾਲੇ ਰੋਕ ਰਿਹਾ ਤੁਹਾਨੂੰ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਦੇਖੋ, ਫਤਵਾ ਤਾਂ ਤੁਹਾਨੂੰ ਵੀ ਮਿਲਿਆ ਨਾ ਸਰ, ਪੰਜਾਬ ਦੇ ਲੋਕਾਂ ਨੇ ਵੀ ਦਿੱਤਾ ਹੈ। ਜੇ ਸੈਂਟਰ 'ਚ ਸਰਕਾਰ ਮਿਲੀ ਹੈ ਤਾਂ ਫਤਵਾ ਤੁਹਾਡੇ ਕੋਲ ਵੀ ਹੈ, ਫਤਵਾ ਪੰਜਾਬ ਦੀ ਸਰਕਾਰ ਦੇ ਕੋਲ ਵੀ ਹੈ। ਸਰ, ਦੋਵਾਂ ਦੀ, ਆਮ ਆਦਮੀ ਪਾਰਟੀ ਤੇ ਬੀਜੇਪੀ ਦੋਵਾਂ ਦੀ ਜ਼ਿੰਮੇਵਾਰੀ ਹੈ ਸਰ, ਦੋਵਾਂ ਦੀ ਜ਼ਿੰਮੇਵਾਰੀ ਹੈ ਕਿ ਕਿਸਾਨਾਂ ਨੂੰ ਕੋਈ ਨਾ ਕੋਈ ਹੱਲ ਦਿੱਤਾ ਜਾਵੇ। ਥੋੜਾ ਜਿਹਾ ਵੇਟ ਕਰਿਓ, ਰਵਨੀਤ ਜੀ ਕੁਝ ਕਹਿ ਰਹੇ ਨੇ, ਇਕੱਠੇ ਰਿਐਕਟ ਕਰ ਲਿਓ। ਗੌਰਵ ਜੀ ਤੁਹਾਡੀ ਗੱਲ ਦਾ ਜਵਾਬ ਦੇਣਾ ਮੈਂ। ਸੈਂਟਰ ਨੇ ਆਪਣੀ ਡਿਊਟੀ ਨਿਭਾਈ ਆ, 222 ਕਰੋੜ ਰੁਪਇਆ ਭੇਜਿਆ ਜੀ। ਸੈਂਟਰ ਨੇ ਆਪਣੀ 75,000 ਹੈਕਟੇਅਰ ਜ਼ਮੀਨ ਹੈ ਪੰਜਾਬ ਦੇ ਵਿੱਚ। 200 ਕਰੋੜ ਸੁਣਨ ਨੂੰ ਬੜਾ ਵੱਡਾ ਲੱਗ ਰਿਹਾ, ਪਰ 75,000 ਹੈਕਟੇਅਰ ਹੈ ਜ਼ਮੀਨ, ਉਹ ਵੀ ਧਿਆਨ ਰੱਖਣਾ ਪੈਣਾ ਆਪਾਂ ਨੂੰ। ਰਵਨੀਤ ਬਰਾੜ ਜੀ, 222 ਕਰੋੜ ਰੁਪਇਆ ਭੇਜਿਆ ਨਹੀਂ, ਮੇਰੇ ਕੋਲ ਐਗਜ਼ੈਕਟ ਫਿਗਰ ਨਹੀਂ ਹੈ, ਪਰ ਮੈਨੂੰ ਇੰਨਾ ਇਲਮ ਹੈ ਕਿ 2021 ਦੇ ਵਿੱਚ ਇਸ ਤੋਂ ਜ਼ਿਆਦਾ ਸੀ, ਔਰ ਸ਼ਾਇਦ 2020 ਦੇ ਵਿੱਚ ਇਹ ਜਿਹੜੀ ਅਮਾਉਂਟ ਸੀ ਉਹ ਕਰੀਬ 300-350 ਕਰੋੜ ਸੀ। ਮੈਂ ਉਸ ਦੇ ਉੱਤੇ ਆਉਂਗਾ। ਰਵਨੀਤ ਜੀ, ਗੌਰਵ ਜੀ, ਪਿਛਲੇ ਸਾਲ ਸੇਮ ਆਪਾਂ ਇਸੇ ਮਹੀਨੇ ਦੇ ਵਿੱਚ ਡਿਬੇਟ ਤੇ ਬੈਠੇ ਸੀ, ਤੇ ਉਦੋਂ ਵੀ ਮੈਂ ਤੁਹਾਨੂੰ 5 ਨੁਕਸੇ ਦੱਸੇ ਸੀ ਵੀ ਜਿਹਦੇ ਕਰਕੇ ਅਗਲੇ ਸਾਲ ਪਰਾਲੀ ਨਹੀਂ ਹੋਊਗੀ ਬਰਨ। ਉਹਦੇ ਵਿੱਚ ਸਭ ਤੋਂ ਪਹਿਲਾਂ ਸੀਗਾ ਵੀ ਜਿਹੜਾ 100 ਰੁਪਇਆ ਸਰਕਾਰ ਨੇ ਕਿਹਾ, ਜਿਹੜਾ ਆਪਣੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ, ਉਹਦੇ ਤੇ ਲਾਗੂ। ਕਿਉਂਕਿ ਦੇਖੋ 5% ਇਹਨਾਂ ਨੇ ਵਧਾਇਆ ਝੋਨੇ ਦਾ ਭਾਅ, ਤੇ ਹਾਲਾਂਕਿ ਜਿਹੜੀ ਆਪਣੀ ਮਹਿੰਗਾਈ ਦੀ ਦਰ ਹੈ ਉਹ 7.5% ਵਧੀ ਹੈ। ਕਿ 1% ਜੇ ਹੋਰ ਵਧਾ ਦਿੰਦੇ, ਉਹ ਕੰਪਨਸੇਟ ਕਰ ਦਿੰਦੇ ਫਾਰਮਰ ਨੂੰ, ਫਾਰਮਰ ਨੇ ਚੁੱਪ ਕਰ ਜਾਣਾ। ਦੂਸਰੀ ਗੱਲ, ਜਿਹੜੀ ਮਸ਼ੀਨਾਂ ਤੇ GST ਆ ਉਹ 28% ਹੈ ਗੌਰਵ ਜੀ, ਕੀ ਉਹ ਸੈਂਟਰ ਤੇ ਸੂਬਾ ਸਰਕਾਰ ਮਾਫ ਨਹੀਂ ਕਰ ਸਕਦੀ ਫਾਰਮਰ ਨੂੰ? ਤੀਸਰੀ ਗੱਲ, ਇੱਕ ਕਾਰਬਨ ਕ੍ਰੈਡਿਟ ਕਰਕੇ ਹੈ, ਸ਼ਾਇਦ ਸੰਘੇੜਾ ਸਾਹਿਬ ਨੂੰ ਪਤਾ ਹੋਵੇ, ਜਿਹੜੀਆਂ ਬਾਹਰ ਵਾਲੀਆਂ ਕੰਪਨੀਆਂ ਉਹ ਤੁਹਾਡੇ ਤੋਂ ਕਾਰਬਨ ਕ੍ਰੈਡਿਟ ਬਾਏ ਕਰ ਲੈਂਦੀਆਂ। ਜੇ ਤੁਸੀਂ ਸਟਬਲ ਬਰਨ ਨਹੀਂ ਕਰਦੇ ਤਾਂ ਫਾਰਮਰ ਨੂੰ ਸਿੱਧਾ ਉਹਦੇ ਥਰੂ ਕੰਪਨਸੇਟ ਕੀਤਾ ਜਾ ਸਕਦਾ, ਜਿਹਦੇ ਤੇ ਨਾ ਤਾਂ ਆਪਣੀ ਇੰਡੀਅਨ ਗਵਰਨਮੈਂਟ ਕੰਮ ਕਰ ਰਹੀ ਹੈ, ਨਾ ਪੰਜਾਬ ਗਵਰਨਮੈਂਟ ਕੰਮ ਕਰ ਰਹੀ ਹੈ, ਜਿਹਦੇ ਤੇ ਕੰਮ ਕੀਤਾ ਜਾ ਸਕਦਾ। ਸਰਕਾਰ ਨੂੰ ਵੀ ਫਾਇਦਾ, ਫਾਰਮਰ ਨੂੰ ਵੀ ਫਾਇਦਾ। ਚੌਥੀ ਗੱਲ, FPO ਨੂੰ ਪ੍ਰਮੋਟ ਕਰਨਾ, ਕਿਉਂਕਿ ਜਿੰਨਾ ਚਿਰ FPO ਤੇ ਕੋਆਪਰੇਟਿਵ ਸੁਸਾਇਟੀਜ਼ ਨੂੰ ਪ੍ਰਮੋਟ ਨਹੀਂ ਕਰਾਂਗੇ, ਉਨਾ ਚਿਰ ਇਹ ਸਟਬਲ ਬਰਨਿੰਗ ਦਾ ਹੱਲ ਨਹੀਂ ਹੋ ਸਕਦਾ। ਆਪਾਂ ਇਸ ਸਾਲ ਵੀ ਬੈਠੇ ਹਾਂ 22 ਦੇ ਵਿੱਚ, 23 ਦੇ ਵਿੱਚ ਫੇਰ ਆਪਾਂ ਤੁਹਾਡੇ ਸਟੂਡੀਓ ਬੈਠੇ ਹੋਵਾਂਗੇ ਤੇ ਸੇਮ ਡਿਸਕਸ਼ਨ ਹੋ ਰਹੀ ਜੀ। ਜਿੰਨਾ ਚਿਰ 5 ਚੀਜ਼ਾਂ ਤੇ ਆਪਾਂ ਇਹ ਨਾ ਕਰਾਂਗੇ ਨਾ, ਉਨਾ ਚਿਰ ਇਹੀ ਹੁੰਦਾ ਰਹੂਗਾ। ਚਲੋ ਇੱਕ ਹੋਰ ਜਵਾਬ ਦੇ ਦਿਓ। ਮੈਂ ਸੰਗਰੂਰ ਵਾਲਾ ਅੰਕੜਾ ਕੁਝ ਦੱਸਾਂਗਾ ਆਪਣੇ ਦਰਸ਼ਕਾਂ ਨੂੰ, ਜਿਹੜਾ ਸੰਗਰੂਰ ਦੇ ਵਿੱਚ ਪਰਾਲੀ ਸਾੜੀ ਗਈ ਹੈ। ਪਰ ਰਵਨੀਤ ਜੀ, ਇੱਕ ਪੁਆਇੰਟ ਇਹ ਹੈ ਕਿ ਇੰਨੀ ਵੱਡੀ ਫੈਕਟਰੀ ਹੋਵੇ ਸੰਗਰੂਰ ਦੇ ਵਿੱਚ, ਬਟਾਲਾ ਕਲਾਂ ਦੇ ਵਿੱਚ, ਹਾਲਾਂਕਿ ਉਹਨੂੰ ਕੰਟਰੋਵਰਸੀ ਜਾਂ ਬਿਆਨ ਬਹੁਤ ਸਾਰੇ ਆ ਗਏ ਉਸ ਨੂੰ ਲੈ ਕੇ, ਪਰ ਉਸ ਫੈਕਟਰੀ ਤੋਂ ਸਿਰਫ 200 ਮੀਟਰ ਦੂਰ ਵੀ ਪਰਾਲੀ ਸਾੜ ਰਹੇ ਨੇ ਕਿਸਾਨ। ਹੁਣ ਸਰਕਾਰ ਨੇ ਤਾਂ ਸਾਰਾ ਸਿਸਟਮ ਬਣਾ ਕੇ ਦਿੱਤਾ, ਜੇ ਇੰਨੀ ਨੇੜੇ ਵੀ ਪਰਾਲੀ ਸਾੜਨੀ ਪੈ ਰਹੀ ਹੈ ਤਾਂ ਫਿਰ ਉਹ ਕਿਸਾਨਾਂ ਦੇ ਉੱਤੇ ਵੀ ਸਵਾਲ ਤਾਂ ਉੱਠਣਗੇ ਨਾ ਕਿ ਇੰਨੀ ਨੇੜੇ ਤੋਂ ਜਾ ਕੇ ਕਿਸਾਨ ਉੱਥੇ ਪਰਾਲੀ ਨਹੀਂ ਪਹੁੰਚਾ ਪਾ ਰਹੇ। ਗੌਰਵ ਜੀ, ਕੋਈ ਜਿਹੜੇ ਇੱਕ ਅੱਧਾ ਕੇਸ ਹੈ, ਕਈ ਵਾਰੀ ਕੋਈ ਕਹਿ ਦਿੰਦੇ ਕੋਈ ਸ਼ਰਾਰਤੀ ਅਨਸਰ ਹੋ ਸਕਦਾ, ਕੁਛ ਨਾ ਕੁਛ ਹੋ ਸਕਦਾ, ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਰਹਿੰਦੀਆਂ। ਕਿਉਂਕਿ ਆਫਟਰ ਆਲ ਸਰਕਾਰ ਦੇ ਵਿੱਚ ਜਿਹੜੀਆਂ ਦੂਜੀਆਂ ਸਰਕਾਰਾਂ ਹੁੰਦੀਆਂ, ਇਹ ਕੁਝ ਕਰਦੇ ਰਹਿੰਦੇ ਜਿਹੜੀਆਂ ਗਵਰਨਮੈਂਟ ਤੋਂ ਬਾਹਰ ਬੈਠੀਆਂ। ਸੋ ਕਿਸਾਨ ਨੂੰ ਨਾ ਇੱਥੇ ਫਿਰ ਅਸੀਂ ਕਹਾਂਗੇ ਕਿਸਾਨ ਦੀ ਕੋਈ ਗਲਤੀ ਨਹੀਂ। ਕਿਸਾਨ ਤਾਂ ਜੇ ਉਹ ਪਰਾਲੀ ਨੂੰ ਅੱਗ ਵੀ ਲਾ ਰਿਹਾ ਤੇ ਉਹ ਰਹਿੰਦ ਖੂਨ ਨੂੰ ਲਾ ਰਿਹਾ ਹੋਊਗਾ, ਕਿਉਂਕਿ ਜਿਹੜੀਆਂ ਮਸ਼ੀਨਾਂ ਦੀ ਆਪਾਂ ਨੂੰ ਲੋੜ ਹੈ ਅੱਜ ਪਰਾਲੀ ਤੋਂ, ਦੇਖੋ ਜਦੋਂ ਆਪਣੀ ਵਢਾਈ ਵੇਲੇ ਜਿਹੜੀਆਂ MSP ਮਸ਼ੀਨਾਂ ਹੈਗੀਆਂ, MSM ਮਸ਼ੀਨਾਂ, ਕੀ ਉਹ ਪੰਜਾਬ ਦੇ ਵਿੱਚ ਸਾਰੀਆਂ ਹੈਗੀਆਂ? ਨਹੀਂ ਹੈਗੀਆਂ। ਜਿੰਨਾ ਚਿਰ ਚੂਰਾ ਨਾ ਬਣੂਗਾ ਉਹਨਾਂ ਚਿਰ ਸੁਪਰ ਸੀਡਰ ਜਾਂ ਹੈਪੀ ਸੀਡਰ ਚੱਲਣਾ ਹੀ ਨਹੀਂਗਾ। ਖਰਚਿਆਂ ਨੂੰ ਤਾਂ ਅੱਗ ਹੀ ਲਾਉਣੀ ਪੈਣੀ ਹੈ। ਸੋ ਆਪਾਂ ਨੂੰ ਉਹ ਮਸ਼ੀਨਾਂ ਤੇ ਵੀ ਵਰਕ ਕਰਨਾ ਪੈਣਾ, ਇਕੱਲੇ ਕਿਸਾਨ ਨੂੰ ਬਲੇਮ ਨਾ ਕਰੀਏ ਆਪਾਂ। ਠੀਕ ਨਹੀਂ, ਮੈਂ ਬਲੇਮ ਨਹੀਂ, ਮੈਂ ਤਾਂ ਸਮਝਣਾ ਚਾਹ ਰਿਹਾ ਕਿ ਵਾਕਈ ਜੇਕਰ ਇੰਨੀਆਂ ਵੱਡੀਆਂ ਫੈਕਟਰੀਆਂ ਪੰਜਾਬ ਦੇ ਵਿੱਚ 10 ਥਾਵਾਂ ਦੇ ਉੱਤੇ ਖੁੱਲ ਗਈਆਂ, ਬਾਵਜੂਦ ਉਸਦੇ ਪਰਾਲੀ ਨੂੰ ਅੱਗ ਲੱਗੀ ਤਾਂ ਫਿਰ ਕੀ ਕਰਾਂਗੇ?
ਕਿ ਆਪਾਂ ਤਾਂ ਗੱਲ ਹੱਲ ਦੀ ਕਰ ਰਹੇ ਹਾਂ। ਖਰਚਿਆਂ ਨੂੰ ਰਹਿੰਦ ਖੂੰਦ ਨੂੰ ਲੱਗੀ ਵੀ ਹੈ, ਕੋਈ ਜ਼ਿਆਦਾ ਨਹੀਂ ਸੀ ਗੌਰਵ ਜੀ, ਉਹਦੇ ਚ ਬਹੁਤ ਥੋੜੇ ਜਿਹੇ ਖਰਚੇ ਸੀ ਜਿਨ੍ਹਾਂ ਨੂੰ ਲਾ ਕੇ ਸਫਾਈ ਕਰਨੀ ਪਈ, ਕਿਉਂਕਿ ਕਈ ਵਾਰੀ ਉਹਦੇ ਟਰੈਕਟਰ ਨਹੀਂ ਜਾਂਦਾ ਤੇ ਕਿਸਾਨ ਕੋਲੇ ਛੋਟਾ ਟਰੈਕਟਰ ਹੁੰਦਾ। ਨਹੀਂ ਚਲੋ ਮੈਂ ਇੱਕ ਹੋਰ ਪੁਆਇੰਟ ਤੁਹਾਨੂੰ ਦੱਸ ਦਿੰਦਾ, ਇੱਕ ਹੋਰ ਪੁਆਇੰਟ ਦੱਸ ਦਿੰਦਾ ਮੈਂ। ਉਸ ਤੋਂ ਬਾਅਦ ਮੈਂ ਸੰਘੇੜਾ ਸਾਹਿਬ ਦਾ ਰੁਖ ਕਰਾਂਗਾ। ਤੁਸੀਂ ਜੋ ਜ਼ਿਕਰ ਕਰ ਰਹੇ ਹੋ, ਉਸ ਕਿਸਾਨ ਦੇ ਨਾਲ ਸਾਡੇ ਸਹਿਯੋਗੀ ਨੇ, ਪੱਤਰਕਾਰ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ, ਜਿਹੜੇ 200 ਮੀਟਰ ਦੂਰ ਸਾੜ ਰਹੇ ਸੀ। ਉਹਨਾਂ ਨੇ ਦੋ ਤਰਕ ਦਿੱਤੇ। ਇੱਕ ਤਾਂ ਕਹਿੰਦੇ ਕਿ ਛੋਟੇ ਅਸੀਂ ਕਿਸਾਨ ਆ, ਘੱਟ ਹੈ ਜ਼ਮੀਨ ਸਾਡੇ ਕੋਲ, ਤੇ ਜਿਹੜੇ ਫੈਕਟਰੀ ਵਾਲੇ ਨੇ ਉਹ ਰੋਜ਼ ਕਹਿ ਦਿੰਦੇ ਨੇ ਕਿ ਕੱਲ ਨੂੰ ਚੁੱਕਾਂਗੇ, ਕੱਲ ਨੂੰ ਚੁੱਕਾਂਗੇ, ਕੱਲ ਨੂੰ ਚੁੱਕਾਂਗੇ, ਤਾਂ ਸਮਾਂ ਖਰਾਬ ਹੋ ਰਿਹਾ। ਇਹ ਵੀ ਇੱਕ ਵੈਲਿਡ ਪੁਆਇੰਟ ਸੀ ਉਹਨਾਂ ਦਾ, ਜੋ ਦੱਸਣਾ ਇੱਥੇ ਲਾਜ਼ਮੀ ਸੀ। ਸੰਘੇੜਾ ਸਾਹਿਬ, ਮੈਂ ਅਗਲੇ ਪੁਆਇੰਟ ਤੇ ਆਣਾ। ਉੱਥੇ ਦੀਆਂ ਹੀ ਤਸਵੀਰਾਂ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ, ਜਿਹੜੀਆਂ ਸੰਗਰੂਰ ਦੇ ਮੈਂ ਜ਼ਿਕਰ ਕਰ ਰਿਹਾ ਸੀ। ਮੈਂ ਇਸ ਵਿੱਚ ਚਲੇ ਸੰਗਰੂਰ ਦੇ ਅੰਕੜਿਆਂ ਦਾ ਜ਼ਿਕਰ ਕਰ ਦਵਾਂ, ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਮੁੱਖ ਮੰਤਰੀ ਦਾ ਜ਼ਿਲ੍ਹਾ ਹੈ ਸੰਗਰੂਰ, ਪਰ ਇਹ ਨਹੀਂ ਕਿ ਸੰਗਰੂਰ ਇਸ ਵਾਰ ਪਹਿਲੀ ਵਾਰ ਕੋਈ ਬਹੁਤ ਹਾਈਲਾਈਟ ਹੋਇਆ ਹੋਵੇ। ਪਿਛਲੇ 5 ਸਾਲ 6 ਸਾਲ 7 ਸਾਲ ਦੇ ਅੰਕੜੇ ਜੇਕਰ ਅਸੀਂ ਚੁੱਕ ਲਈਏ ਤਾਂ ਸੰਗਰੂਰ ਦੇ ਵਿੱਚ ਸਭ ਤੋਂ ਜ਼ਿਆਦਾ ਪਰਾਲੀ ਸਾੜੀ ਜਾਂਦੀ ਰਹੀ ਹੈ, ਔਰ ਕਰੀਬ 10,000 ਮਾਮਲੇ ਵੀ ਇੱਕ ਸੀਜ਼ਨ ਦੇ ਵਿੱਚ ਸਾਹਮਣੇ ਆਏ ਨੇ। ਇਸ ਵਾਰ ਵੀ ਖੂਬ ਮਾਮਲੇ ਸਾਹਮਣੇ ਆ ਰਹੇ ਨੇ। ਸੰਘੇੜਾ ਸਾਹਿਬ, ਮੈਂ ਚਰਚਾ ਨੂੰ ਅੱਗੇ ਵਧਾਵਾਂ। ਹੁਣ ਰੋਕਣ ਦੇ ਲਈ ਹੱਲ ਕੀ ਹੈ ਕਿ ਇਸ ਵਾਰ ਅਸੀਂ ਸਮਝ ਲਈਏ, ਪੰਜਾਬ ਦੇ ਲੋਕ, ਕਿਸਾਨ ਜਾਂ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਉਹ ਸਮਝ ਲੈਣ ਕਿ ਇਸ ਵਾਰ ਤਾਂ ਧੂਏ ਨਾਲ 2-4 ਹੋਣਾ ਹੀ ਪੈਣਾ, ਅਗਲੀ ਵਾਰੀ ਦੇਖਾਂਗੇ, ਠੀਕ ਹੋ ਜਾਵੇ ਇਹ ਕੰਮ। ਗੌਰਵ ਜੀ, ਇਹ ਬਾਕੀ ਮੁਲਕਾਂ ਨੇ ਵੀ ਕਈਆਂ ਥਾਵਾਂ ਤੇ ਜਿਹੜਾ ਇਸ ਗੱਲ ਤੋਂ ਮਤਲਬ ਸੰਭਾਲਣ ਦੇ ਵੱਖ-ਵੱਖ ਫਾਰਮੂਲੇ ਆ। ਇੱਕ ਤਾਂ ਹਰੇ ਚਾਰੇ ਦੇ ਤੌਰ ਤੇ, ਹਰੇ ਚਾਰਾ ਨਹੀਂ ਮਤਲਬ ਇੱਕ ਇਹਦੇ ਤੋਂ ਐਨੀਮਲਸ ਵਾਸਤੇ ਵੀ ਕੋਈ ਉਹਦੀ ਫੀਡ ਜਿਹੜੀ ਬਣਾਈ ਜਾ ਸਕਦੀ ਹੈ, ਤੇ ਪਹਿਲਾਂ ਹੀ ਬਿਜਲੀ ਦੇ ਕੁਝ ਥਾਵਾਂ ਹੈਗੀਆਂ ਵੀ ਆ, ਬੇਲਸ ਬਣਾ ਕੇ ਇਹਨੂੰ ਚੰਗੀ ਤਰ੍ਹਾਂ ਸੰਭਾਲਿਆ ਜਾ ਸਕਦਾ ਆ। ਪਰ ਇਹ ਮੈਂ ਪਹਿਲਾਂ ਹੀ ਜਿੱਦਾਂ ਕਹਿ ਚੁੱਕਾ ਇੱਕ ਇਹ ਬਹੁਤ ਵੱਡਾ ਪ੍ਰੋਜੈਕਟ ਹੈ। ਇਹਦੇ ਵਿੱਚ ਗਵਰਨਮੈਂਟ, ਸੰਬੰਧਿਤ ਡਿਪਾਰਟਮੈਂਟਸ, ਫਾਰਮਰਸ ਤੇ ਕੇਂਦਰ ਸਰਕਾਰ ਵੀ ਨਾਲ ਜਿਹੜਾ ਸਹਿਯੋਗ ਕਰੇ ਤਾਂ ਇਸ ਗੱਲ ਦਾ ਪੱਕਾ ਹੱਲ ਨਿਕਲ ਸਕਦਾ ਆ। ਕਿਉਂਕਿ ਇਹ ਇਸ ਤਰ੍ਹਾਂ ਨਹੀਂ ਹੈ ਜੇ ਆਪਾਂ ਇਕੱਲੇ ਪੈਸੇ ਹੀ ਦੇ ਕੇ ਸਰ ਸਕਦਾ, ਜੇ ਇੰਨੇ ਏਕੜ ਦੇ ਦਈਏ ਜਾਂ ਹੋਰ ਕਰ ਦਈਏ। ਪੂਰੀ ਐਕਸਰਸਾਈਜ਼ ਜਿਸ ਤਰ੍ਹਾਂ ਹੁਣ ਬਰਾੜ ਸਾਹਿਬ ਨੇ ਦੱਸਿਆ ਆ ਕਿ ਜਿਹੜੀਆਂ ਕੋਆਪਰੇਟਿਵਸ ਆ ਜਾਂ ਹੋਰ ਉੱਥੇ ਬਹੁਤੀਆਂ ਮਸ਼ੀਨਾਂ ਜਿਹੜੀਆਂ ਨਹੀਂ ਵਰਤੋਂ ਚ ਆ ਸਕੀਆਂ, ਕਿਉਂਕਿ ਇੰਨੇ ਜ਼ਿਆਦਾ ਮਾਤਰਾ 'ਚ ਛੋਟੇ ਕਿਸਾਨ ਹੈ, ਮਾਰਜਨਲ ਕਿਸਾਨ ਨੇ, ਈਵਨ ਮੀਡੀਅਮ ਕਿਸਾਨ ਵੀ ਵੱਡੀ ਮਸ਼ੀਨ ਤੇ ਵੱਡਾ ਟਰੈਕਟਰ ਅਫੋਰਡ ਨਹੀਂ ਕਰ ਸਕਦਾ। ਸੋ ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿਹਦਾ ਕਿ ਅਸੀਂ ਕਮਿਟਡ ਹਾਂ। ਇਹਦੇ ਵਾਸਤੇ ਅਸੀਂ ਆ ਸੀਜ਼ਨ ਖਤਮ ਹੋਣ ਤੋਂ ਬਾਅਦ ਬਹੁਤ ਸੀਰੀਅਸਲੀ ਇਸ ਗੱਲ ਨੂੰ ਡਿਸਕਸ ਕਰਾਂਗੇ, ਔਰ ਇਸ ਲੀਨ ਪੀਰੀਅਡ ਦੇ ਵਿੱਚ ਕੋਈ ਵੱਡੀ ਸਕੀਮ ਦੇ ਨਾਲ ਸਾਹਮਣੇ ਆਏਗੀ ਪੰਜਾਬ ਸਰਕਾਰ, ਜਿਹੜੀ ਕਿ ਅਗਲੇ ਸੀਜ਼ਨ 'ਚ ਅਸੀਂ ਹੱਲ ਦੇ ਤੌਰ ਤੇ ਲਾਗੂ ਕਰਾਂਗੇ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਸਾਨੂੰ ਇਹ ਚੀਜ਼ ਦੀ ਸਮਝ ਹੈ। ਜਦੋਂ ਮੈਂ ਮੰਡੀ ਬੋਰਡ ਸੁਣਦਾ ਸੀ, ਰਵਨੀਤ ਜੀ ਦੀ ਗੱਲ ਯਾਦ ਆ ਰਹੀ ਹੈ ਕਿ ਰਵਨੀਤ ਜੀ ਕਹਿ ਰਹੇ ਕਿ ਇਹ ਨਾ ਹੋਵੇ 2023 ਦੇ ਵਿੱਚ ਫਿਰ 2 ਨਵੰਬਰ ਨੂੰ ਬੈਠੇ ਆਪਾਂ ਚਰਚਾ ਕਰ ਰਹੇ ਹੋਈਏ। ਗੱਲ ਇਹਨਾਂ ਦੀ ਠੀਕ ਹੈ, ਪਰ ਉਸ ਗੱਲ ਤੋਂ ਅਸੀਂ ਪਹਿਲਾਂ ਹੀ ਕੌਨਸ਼ੀਅਸ ਹਾਂ। ਇਸ ਗੱਲ ਤੋਂ ਅਸੀਂ ਇਸ ਗੱਲ ਤੋਂ ਕੌਨਸ਼ੀਅਸ ਹਾਂ। ਇਮੀਡੀਏਟਲੀ ਅਸੀਂ ਮੈਂ ਤੁਹਾਡੇ ਕੋਲ ਲੌਂਗ ਟਰਮ ਪਲਾਨਿੰਗ ਲਈ ਕਾਰਵਾਈ ਰੰਭਾਂਗੇ। ਹੁਣ ਤਾਂ ਅਸੀਂ ਇਹਦੇ ਵਿੱਚ ਉਲਝੇ ਹੋਏ ਆ ਕਿ ਕਿੱਥੇ ਕੀ ਕਰਨਾ ਕੀ ਨਹੀਂ ਕਰਨਾ। ਠੀਕ ਹੈ, ਤੇ ਇਮੀਡੀਏਟਲੀ ਇਸ ਤੋਂ ਬਾਅਦ ਲੌਂਗ ਟਰਮ ਹੱਲ ਜਿਹੜਾ ਇਹਦਾ ਠੀਕ ਹੈ। ਸੋਢੀ ਸਾਹਿਬ, ਮੈਂ ਕਨਕਲੂਡ ਵਾਲੇ ਪਾਸੇ ਵਧ ਰਹੇ ਇਸ ਚਰਚਾ ਨੂੰ, ਪਰ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ, ਤੁਸੀਂ ਖੁਦ ਪੰਜਾਬ ਨਾਲ ਤਾਲੁਕ ਰੱਖਦੇ ਹੋ, ਪਰ ਬੀਜੇਪੀ ਤੋਂ ਇਹ ਸਵਾਲ ਹੈ, ਤੁਸੀਂ ਉਹਨਾਂ ਦੇ ਨੁਮਾਇੰਦੇ ਹੋ, ਕਿ ਪ੍ਰਦੂਸ਼ਣ ਕੀ ਸਿਰਫ ਪੰਜਾਬ 'ਚ ਹੋ ਰਿਹਾ ਹੈ, ਕਿ ਪ੍ਰਦੂਸ਼ਣ ਸਿਰਫ ਹਰਿਆਣਾ 'ਚ ਮਹਿਸੂਸ ਹੋ ਰਿਹਾ ਹੈ? ਹਰਿਆਣਾ, ਉੱਤਰ ਪ੍ਰਦੇਸ਼, ਪੰਜਾਬ, ਦਿੱਲੀ, ਰਾਜਸਥਾਨ, ਇਹ ਜਿੰਨੀਆਂ ਨਾਰਥ ਦੀਆਂ ਸਟੇਟਸ ਨੇ, ਉੱਤਰ ਭਾਰਤ ਦੀਆਂ ਸਟੇਟਸ ਨੇ, ਹਰ ਥਾਂ ਤੇ ਪ੍ਰਦੂਸ਼ਣ ਦੀ ਪ੍ਰੋਬਲਮ ਹੈ। ਕਿ ਕੇਂਦਰ ਨੂੰ ਪੰਜਾਬ ਹੀ ਕਿਉਂ ਦਿਖਦਾ ਹੈ, ਕਿ ਬਸ ਪੰਜਾਬ, ਜਾਂ ਬੀਜੇਪੀ ਨੂੰ ਪੰਜਾਬ ਹੀ ਕਿਉਂ ਦਿਖਦਾ ਹੈ ਕਿ ਇੱਥੇ ਹੀ ਹੋ ਰਿਹਾ ਸਾਰਾ ਕੁਝ? ਦੇਖੋ ਗੌਰਵ ਜੀ, ਪਹਿਲੀ ਗੱਲ ਤਾਂ ਮੈਂ ਇਸ ਦੇ ਉੱਪਰ ਇਹ ਕਹਿਣਾ ਚਾਹੁੰਦਾ ਹਾਂ ਜੀ ਕਿ ਅੱਜ ਇਸ ਵਿਸ਼ੇ ਦੇ ਉੱਪਰ ਕੇਜਰੀਵਾਲ ਜੀ ਕਿਉਂ ਚੁੱਪ ਨੇ। ਕਿਸੇ ਸਮੇਂ ਕੇਜਰੀਵਾਲ ਜੀ ਪੰਜਾਬ ਨੂੰ ਇਸ ਗੱਲ ਦਾ ਉਲਾਂਭਾ ਦਿੰਦੇ ਰਹੇ ਨੇ। ਕੱਲੀ ਤੁਸੀਂ ਬੀਜੇਪੀ ਤੇ ਗੱਲ ਚੁੱਕਦੇ ਹੋ, ਲੇਕਿਨ ਬੀਜੇਪੀ ਨੇ ਕਦੇ ਨਹੀਂ ਕਿਹਾ ਕਿ ਪੰਜਾਬ ਦਾ ਕੱਲਾ ਧੂਆਂ ਆਉਂਦਾ ਹੈ। ਹਰਿਆਣਾ 'ਚ ਵੀ ਪੈੜੀ ਹੁੰਦੀ ਹੈ, ਰਾਜਸਥਾਨ 'ਚ ਵੀ ਹੁੰਦੀ ਹੈ, ਸਭ ਜਗ੍ਹਾ ਤੇ ਹੁੰਦੀ ਹੈ। ਲੇਕਿਨ ਗੱਲ ਹੈ ਸਾਫ਼ ਨੀਤ ਦੀ। ਜੀ ਜੇ ਤੁਹਾਡੀ ਸਾਫ਼ ਨੀਤ ਹੈ, ਤੁਸੀਂ ਆਪਣਾ ਜਿਹੜਾ ਕੋਈ ਵੀ ਏਜੰਡਾ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਇਹਦੇ ਉੱਪਰ ਛੋਟੇ ਕਿਸਾਨਾਂ ਨੂੰ ਮਸ਼ੀਨਰੀ ਖਰੀਦਣੀ ਔਖੀ ਹੈ ਜਾਂ ਹੋਰ ਕੋਈ ਗੱਲਾਂ ਨੇ, ਉਹਦੇ ਲਈ ਰਾਜ ਸਰਕਾਰ ਵੀ ਵਚਨਬੱਧ ਹੁੰਦੀ ਹੈ। ਜੇ ਕੇਂਦਰ ਕੋਈ ਫੰਡ ਭੇਜਦਾ ਹੈ ਤਾਂ ਉਹਦੇ ਉੱਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਕੋਈ ਕੰਮ ਕਰ ਸਕਦੀ ਹੈ। ਲੇਕਿਨ ਇਹ ਨਹੀਂ ਹੁੰਦਾ ਕਿ ਇੱਕ ਮੁੱਖ ਮੰਤਰੀ ਆ ਕੇ ਕੇਂਦਰ ਸਰਕਾਰ ਤੇ ਸਾਰਾ ਭਾਂਡਾ ਫੁੱਟੇ ਜੀ ਕੇਂਦਰ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਿਹਾ ਹੈ। ਲੋੜ ਤਾਂ ਇਸ ਗੱਲ ਦੀ ਹੈ ਕਿ ਕੇਂਦਰ ਨਾਲ ਰਾਬਤਾ ਕਰਕੇ ਜੇ ਇਸ ਦਾ ਸਮੱਸਿਆ ਦਾ ਕੋਈ ਹੱਲ ਨਿਕਲਦਾ ਤਾਂ ਕੱਢਣਾ ਚਾਹੀਦਾ ਹੈ। ਮੈਂ ਕਦੋਂ ਕਹਿਣਾ, ਮੈਂ ਤਾਂ ਆਪ ਪੀੜਤ ਹਾਂ ਇਸ ਗੱਲ ਤੋਂ, ਹਰ ਪਰਿਵਾਰ ਪੀੜਤ ਹੈ। ਲੇਕਿਨ ਇਹ ਨਹੀਂ ਹੁੰਦਾ ਕਿ ਅਸੀਂ ਕਿਸੇ ਦੇ ਉੱਪਰ ਹੀ ਭਾਂਡਾ ਭੰਨੀ ਜਾਗੇ। ਆਮ ਆਦਮੀ ਪਾਰਟੀ ਨੂੰ ਇਸ ਗੱਲ ਦੀ ਆਦਤ ਪੈ ਗਈ
ਕਿ ਆਪਣੀ ਨਲਾਇਕੀ ਨੂੰ ਛੁਪਾਉਣ ਖਾਤਰ ਠੀਕ ਹੈ। ਹਰ ਗੱਲ ਚਲੋ ਮੈਨੂੰ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨੇ ਗੱਲ ਕੀਤੀ ਹੈ, ਜਦੋਂ ਤੱਥਾਂ ਨੂੰ ਰੋਡ ਤੇ ਪੇਸ਼ ਕਰਨਾ ਤੇ ਅਸੀਂ ਜਵਾਬ ਤਾਂ ਦੇਣਾ ਹੀ ਆ। ਮੁੱਖ ਮੰਤਰੀ ਸਾਹਿਬ ਨੇ ਐਟ ਦਾ ਰਿਸੀਵਿੰਗ ਐਂਡ ਬਾਅਦ ਜਿਹੜੀ ਸੱਚਾਈ ਤਾਂ ਦੱਸਣੀ ਆ ਲੋਕਾਂ ਗੌਰਵ ਜੀ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਤੀਜਾ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਕੱਲ ਕੀ ਉਹਨਾਂ ਨੇ ਬਿਆਨ ਦਿੱਤਾ ਗੌਰਵ ਜੀ ਜੋ ਤੁਸੀਂ ਕਿਸਾਨਾਂ ਨੂੰ ਦੋਸ਼ ਦੇਣ ਲੱਗ ਗਏ ਸਾਡੇ ਨਾਲ ਕਰਨਾ ਅਸੀਂ ਕੁਝ ਤਾਂ ਬੋਲਣਾ ਹੀ ਰੋਕਣਾ ਹੋਏਗਾ, ਨਹੀਂ ਤਾਂ ਥੋੜੀ ਕੰਪਲੀਟ ਕਰ ਲਓ ਜਲਦੀ ਦੇ ਨਾਲ। ਮੈਂ ਸੰਘੇੜਾ ਸਾਹਿਬ ਤੁਹਾਡੇ ਤੋਂ ਰਿਐਕਸ਼ਨ ਲਵਾਂਗਾ। ਮੈਂ ਸੰਘੇੜਾ ਸਾਹਿਬ ਨੂੰ ਕਹਿਣਾ ਚਾਹੁੰਦਾ ਹੈ ਵੀ ਸੰਘੇੜਾ ਸਾਹਿਬ, ਹਰਿਆਣੇ ਨੇ ਤਾਂ ਇਹ ਵੀ ਫੈਸਲਾ ਕਰ ਲਿਆ ਕਿ ਅਗਲੇ ਸਾਲ ਤੋਂ ਜਿਹੜੀ ਪਰਾਲੀ ਆ ਉਹ ਸਾਰੀ ਸਰਕਾਰ ਖਰੀਦੂਗੀ। ਤੁਸੀਂ ਵੀ ਐਲਾਨ ਕਰ ਦਿਓ, ਕੱਲ ਦੇ ਅਖਬਾਰ ਪੜ੍ਹ ਲਓ, ਉਹਨਾਂ ਨੇ ਫੈਸਲਾ ਕਰ ਲਿਆ। ਤੁਸੀਂ ਵੀ ਕਿਸਾਨਾਂ ਦੇ ਹਿਤੈਸ਼ੀ ਬਣ ਜਾਓ। ਥੋੜੇ ਟਾਈਮ ਦਿਓ ਸਰ, ਹੁਣ ਇੱਕ ਵਾਰੀ ਆਪਾਂ ਰਿਐਕਸ਼ਨ ਲੈ ਲਈਏ। ਮੈਂ ਰਵਨੀਤ ਜੀ ਤੁਹਾਡੇ ਕੋਲ ਆ ਰਿਹਾ। ਸੰਘੇੜਾ ਸਾਹਿਬ, ਐਕਸਪਰਟ ਇਹ ਗੱਲ ਵੀ ਕਹਿੰਦੇ ਨੇ ਕਿ ਪਰਾਲੀ ਦਾ ਹੱਲ ਕੱਢਣ ਦੀ ਬਜਾਏ ਇਹ ਪੂਰਾ ਮਾਮਲਾ ਹੁਣ ਐਵੇਂ ਲੱਗ ਰਿਹਾ ਕਿ ਜਿਵੇਂ ਮਸ਼ੀਨਾਂ ਨੂੰ ਵੇਚਣ ਦੇ ਉੱਤੇ ਪੂਰਾ ਫੋਕਸ ਹੈ ਕਿ ਆਹ ਮਸ਼ੀਨ ਲੈ ਲਓ, ਆਹ ਮਸ਼ੀਨ ਲੈ ਲਓ, 28% GST ਹੈ। ਰਵਨੀਤ ਜੀ ਕਹਿ ਰਹੇ ਨੇ 28% ਦਾ ਮਤਲਬ ਅਸੀਂ ਸਿੱਧਾ ਸਮਝਦੇ ਹਾਂ ਕਿ 1 ਲੱਖ ਰੁਪਏ ਦੀ ਮਸ਼ੀਨ ਹੋਈ ਤਾਂ 28,000 ਰੁਪਏ GST ਉਸ ਦੇ ਉੱਪਰ ਪਏਗਾ। ਨਹੀਂ, ਮੈਂ ਤੁਹਾਡੀ ਗੱਲ ਨਹੀਂ ਸਮਝਿਆ। ਮੇਰਾ ਮਤਲਬ ਹੈ ਅਸੀਂ ਇਹ ਠੀਕ ਆ ਮਸ਼ੀਨਾਂ ਤੇ ਫੋਕਸ ਸੀਗਾ, ਕਿਉਂਕਿ ਕੈਸ਼ ਜਿਹੜਾ ਕਿਸਾਨਾਂ ਨੂੰ ਦੇਣ ਦੀ ਗੱਲ ਸੀਗੀ ਜਾਂ ਹੋਰ ਸਾਧਨ ਸੀਗੇ ਉਹ 'ਚ ਕੇਂਦਰ ਨੇ ਸਾਡੀ ਸਹਾਇਤਾ ਨਹੀਂ ਕੀਤੀ। ਫਿਰ ਤੁਹਾਡੀ ਸਾਹਿਬ ਕਹਿਣ ਲੱਗ ਜਾਂਦੇ ਬਲੇਮ ਗੇਮ ਹੋ ਗਈ ਆ। ਪਰ ਅਸੀਂ ਜਿਹੜਾ ਲੌਂਗ ਟਰਮ ਦੀ ਗੱਲ ਹੈ ਉਹਦੇ 'ਚ ਅਸੀਂ ਕਰ ਰਹੇ ਹਾਂ, ਸਾਰਾ ਕੰਪਰੀਹੈਂਸਿਵ ਕਰ ਰਹੇ ਹਾਂ। ਹੁਣ ਵੀ ਇਦਾਂ ਥੋੜੀ ਆ ਤੇ ਕੋਆਪਰੇਟਿਵ ਸਟ੍ਰੈਟਜੀ ਨੈਸ਼ਨਲ ਟੀਵੀ ਤੇ ਬੈਠ ਕੇ ਕੰਮ ਨਹੀਂ ਕੀਤਾ ਗਿਆ। ਪਰ ਇਹ 'ਚ ਵੱਡੇ ਪੱਧਰ ਤੇ ਅਸੀਂ ਐਕਸਪਰਟ ਕਮੇਟੀ ਬਣਾ ਕੇ ਆ ਸਾਰੇ ਜਿਹੜੇ ਆ ਕਿਸਾਨਾਂ ਦੀ ਵੀ ਸ਼ਮੂਲੀਅਤ ਕਰਾਂਗੇ। ਇਹਦਾ ਕਿਹੜੇ ਏਰੀਆ ਵਾਈਜ਼ ਕਿਹੜੇ ਏਰੀਆ 'ਚ ਕਿਸ ਤਰ੍ਹਾਂ ਹੱਲ ਹੋ ਸਕਦਾ ਹੈ, ਪੱਕੇ ਲੈਵਲ ਦਾ ਹੱਲ ਕਰਾਂਗੇ, ਮੈਗਾ ਪ੍ਰੋਜੈਕਟ ਦੇ ਤੌਰ ਤੇ ਦਾ ਹੱਲ ਕਰਾਂਗੇ। ਠੀਕ ਹੈ ਸੋਢੀ ਸਾਹਿਬ, ਰਵਨੀਤ ਜੀ ਦਾ ਰਿਐਕਸ਼ਨ ਲੈਣ ਦੋ, ਸਮਾਂ ਬਹੁਤ ਘੱਟ ਹੈ। ਰਵਨੀਤ ਜੀ, ਗੌਰਵ ਜੀ, ਆਖਿਰ ਦੇ ਵਿੱਚ ਇੱਕ ਛੋਟਾ ਜਿਹਾ ਸਵਾਲ ਹੈ ਮੇਰਾ। ਤੁਸੀਂ ਕਿਹਾ ਸੀ ਕਿ ਕਈ ਚੀਜ਼ਾਂ ਅਪ ਟੂ ਮਾਰਕ ਨਹੀਂ ਨੇ। ਅੱਗ ਲਗਾਉਣ ਤੋਂ ਇਲਾਵਾ ਬਿਲਕੁਲ ਸਹੀ ਆਪਸ਼ਨ ਕੀ ਹੈ ਪਰਾਲੀ ਦੀ ਰਹਿੰਦ ਖੂਨ ਨੂੰ ਖਤਮ ਕਰਨ ਦੇ ਲਈ? ਕਿ ਹੈਪੀ ਸੀਡਰ, ਸੁਪਰ ਸੀਡਰ, ਰੋਟਾਵੇਟਰ ਇਹੀ ਮਸ਼ੀਨਾਂ ਨੇ ਜਾਂ ਕੋਈ ਹੋਰ ਸਾਧਨ ਲੱਭਣ ਦੀ ਜਾਂ ਕੱਢਣ ਦੀ ਅਜੇ ਜ਼ਰੂਰਤ ਹੈ? ਦੇਖੋ ਗੌਰਵ ਜੀ, ਜਿੰਨੀ ਟੈਕਨੋਲੋਜੀ ਵੱਧ ਚੁੱਕੀ ਹੈ, ਆਪਾਂ ਨੂੰ ਅਦਰ ਕੰਟਰੀਜ਼ ਦੀ ਹੈਲਪ ਲੈ ਕੇ ਇਹਦੇ ਹੋਰ ਬਹੁਤ ਹੱਲ ਹੈ, ਕਿਉਂਕਿ ਇਹਨੂੰ ਐਜ਼ ਅ ਫਿਊਲ ਯੂਜ਼ ਕੀਤਾ ਜਾ ਸਕਦਾ। ਜਿਹੜੀਆਂ ਆਲਰੇਡੀ ਆਪਣੇ ਜਿਹੜੀਆਂ ਫੈਕਟਰੀਜ਼ ਲੱਗ ਰਹੀਆਂ ਉਹ ਫਰਦਰ ਹੋਰ ਲੱਗ ਰਹੀਆਂ। ਦੂਸਰੀ ਗੱਲ, ਇੱਕ ਗੱਲ ਦਾ ਆਸ਼ਵਾਸਨ ਦੇਣਾ ਚਾਹੁੰਦਾ ਤੁਹਾਡੇ ਚੈਨਲ ਥਰੂ, ਅਸੀਂ 200% ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦਾ ਕਿਸਾਨ। ਅਸੀਂ ਜਦੋਂ ਸਰਕਾਰ ਕਹੂਗੀ, ਜਿੱਥੇ ਸਾਨੂੰ ਸੱਦੂਗੀ, ਜੇ ਸਾਡੀ ਰਾਏ ਲੈਣਾ ਚਾਹੂਗੀ, ਜੇ ਸਾਡਾ ਮਸ਼ਵਰਾ ਲੈਣਾ ਚਾਹੂਗੀ, ਔਨ ਰੈਕਡ ਵਿਦ ਪ੍ਰੂਫ ਤੁਹਾਨੂੰ ਦੇਵਾਂਗੇ ਵੀ ਕੀ ਹੱਲ ਹੋ ਸਕਦੇ ਆ ਇਹਦੇ। ਜਿਵੇਂ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੱਤਾ ਕਾਰਬਨ ਕ੍ਰੈਡਿਟ ਦਾ, ਉਹਦੇ ਬਾਰੇ ਸਟੱਡੀ ਕਰਕੇ। ਸੋ ਇਹੋ ਜਿਹੇ ਬੜਾ ਕੁਛ ਹੈ ਜੀ। ਮੇਰੇ ਨਾਲੋਂ ਤਾਂ ਇੰਟੈਲੀਜੈਂਟ ਬੰਦੇ ਸਰਕਾਰ ਕੋਲੇ ਬੈਠੇ ਆ ਜਿਹੜੇ ਹੱਲ ਕਰ ਸਕਦੇ ਆ। ਪਰ ਮੈਂ ਇੱਕ ਗੱਲ ਦਾ ਆਸ਼ਵਾਸਨ ਦਿੰਦਾ, ਜਿੰਨੀਆਂ ਫਾਰਮਰ ਯੂਨੀਅਨ ਸਰਕਾਰ ਤੋਂ, ਅਸੀਂ ਨਾ ਸੈਂਟਰ ਸਰਕਾਰ ਤੋਂ ਨਾ ਸੂਬਾ ਸਰਕਾਰ ਤੋਂ ਪਾਸੇ, ਜਿਵੇਂ ਅਸੀਂ ਰਲ ਮਿਲ ਕੇ ਇਹਦਾ ਹੱਲ ਕੱਢਾਂਗੇ, ਅਗਲੇ ਸਾਲ ਅਸੀਂ ਯਕੀਨ ਦਿਵਾਉਂਦੇ ਆ ਕਿ ਇਸ ਦਾ ਹੱਲ ਕਰਾਂਗੇ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਮਸਲਾ ਪਰਾਲੀ ਦਾ ਬਹੁਤ ਗੰਭੀਰ ਮਸਲਾ ਔਰ ਚਰਚਾ ਇਸ ਮੁੱਦੇ ਦੇ ਉੱਤੇ ਕਰ ਰਹੇ ਹਾਂ। ਪਰ ਇਸ ਸਭ ਦੇ ਵਿਚਾਲੇ ਅੱਜ ਦੀ ਚਰਚਾ ਦੇ ਵਿੱਚੋਂ ਇੱਕ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਹੈ, ਚਾਹੇ ਸਟੇਟ ਗਵਰਨਮੈਂਟ ਹੋਵੇ, ਕਿਸਾਨ ਹੋਣ ਜਾਂ ਸੈਂਟਰ ਗਵਰਨਮੈਂਟ ਹੋਵੇ, ਯਾਨੀ ਕਿ ਕੇਂਦਰ ਦੀ ਸਰਕਾਰ ਹੋਵੇ, ਹਰ ਕੋਈ ਇਹ ਕਹਿ ਰਿਹਾ ਕਿ ਗੱਲਬਾਤ ਦੇ ਜ਼ਰੀਏ ਜਾਂ ਫਿਰ ਕੋਈ ਨਾ ਕੋਈ ਮੁੱਦਾ ਸੁਲਝਾਉਣ ਵਾਲੇ ਪਾਸੇ ਕਦਮ ਵਧਾਉਣ ਦੀ ਜ਼ਰੂਰਤ ਹੈ। ਉਮੀਦ ਇਹੀ ਕੀਤੀ ਜਾ ਸਕਦੀ ਹੈ ਕਿ ਅਗਲੇ ਸਾਲ ਜਦੋਂ 2 ਨਵੰਬਰ ਨੂੰ ਬੈਠ ਕੇ ਸ਼ਾਇਦ ਆਪਾਂ ਪਰਾਲੀ ਦੇ ਮਸਲੇ ਉੱਤੇ ਗੱਲ ਕਰ ਰਹੇ ਹੋਈਏ ਤਾਂ ਉਸ ਸਮੇਂ ਇਹ ਦਿੱਕਤ ਨਾ ਹੋਵੇ ਕਿ ਪਰਾਲੀ ਦੀ ਵਜ੍ਹਾ ਦੇ ਨਾਲ ਫਲਾਣੇ ਸ਼ਹਿਰ ਦੇ ਵਿੱਚ ਪੋਲਿਊਸ਼ਨ ਹੈ, ਪਰਾਲੀ ਦੀ ਵਜ੍ਹਾ ਦੇ ਨਾਲ ਆਹ ਦਿੱਕਤਾਂ ਆ ਰਹੀਆਂ ਨੇ ਜਾਂ ਕੋਈ ਐਕਸੀਡੈਂਟ ਹੋ ਰਿਹਾ ਹੈ। ਉਮੀਦ ਕਰਦੇ ਹਾਂ ਕਿ ਇਸ ਵਾਲੇ ਪਾਸੇ ਬਹੁਤ ਢੁਕਵੇਂ ਕਦਮ ਚੁੱਕੇ ਜਾਣਗੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ